ਵਾਹਿਗੁਰੂ ਸਾਹਿਬ ਜੀਓ। ਤੂੰ ਚਉ ਸੱਜਣ ਮੈਂਡਿਆ ਲਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ। ਜਿਉ ਪੱਕਾ ਰੋਗੀ ਵਿਲ ਲਾਏ। ਜੀਉ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ। ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝਖਣ ਹੋਏ। ਵਿਣ ਬੋਲੇ ਜਾਣੈ ਸਭ ਸੋਏ। ਰਹਾਉ ਜਿਨ ਕਨ ਕੀਤੇ ਅੱਖੀ ਨਾਕ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ। ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ। ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹਿ ਚੱਲਿਆ ਲਾਏ। ਦਰਗਹ ਬੈਸਣ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ। ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ। ਨਾਨਕ ਸਾਚਾ ਸਰਬ ਦਾਤਾਰ। ਕਰਮ ਮਿਲੈ ਆਖਣ ਤੇਰਾ ਨਾਉ। ਜਿਤ ਲਗ ਤਰਣਾ
ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ, ਛਤਰ ਚਬਰ ਤਖਤ ਦੇ ਮਾਲਕ ਸ਼ਹਿਨਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸਜੇ ਹੋਏ ਪਾਵਨ ਦਰਬਾਰ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਔਰ ਘਰਾਂ ਦੇ ਵਿੱਚ ਵੀ ਹਰ ਰੋਜ਼ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਅੱਜ ਸ੍ਰੀ ਮੁਖ ਵਾਕ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਬਚਨ ਦੀ ਵਿਚਾਰ ਸਰਵਣ ਕਰਨ ਹਿਤ ਆਪ ਜੀ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਅਰਦਾਸ ਕਰੀਏ, ਮਹਾਰਾਜ ਆਪ ਕਿਰਪਾ ਕਰੋ, ਮਨਾਂ ਦੀ ਇਕਾਗਰਤਾ ਬਖਸ਼ਿਸ਼ ਕਰੋ, ਤਾਂ ਕਿ ਆਪ ਜੀ ਦੇ ਅਮੋਲਕ ਬਚਨ ਸਾਡੇ ਕੰਨਾਂ ਦੇ ਰਾਹੀਂ ਹਿਰਦੇ ਵਿੱਚ ਟਿਕਣ ਔਰ ਅਸਥਾਨ ਦੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਸਥਾਨਾਂ ਦੀ ਯਾਤਰਾ ਆਪ ਜੀ ਦੇ ਦਰ ਘਰ ਵਿੱਚ ਲੇਖੇ ਵਿੱਚ ਪਵੇ। ਅੱਜ ਗੁਰੂ ਘਰ ਦੇ ਮਹਾਨ ਕੀਰਤਨੀਏ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸਿੱਖ ਮਹਾਂਪੁਰਸ਼ ਭਾਈ ਮਰਦਾਨਾ ਸਾਹਿਬ ਜੀ ਦਾ ਅਕਾਲ ਚਲਾਣਾ ਦਿਵਸ ਵੀ ਹੈ, ਜਿਨ੍ਹਾਂ ਨੇ 50 ਸਾਲ ਲਗਾਤਾਰ ਗੁਰੂ ਨਾਨਕ ਸਾਹਿਬ ਦੇ ਨਾਲ ਨਿਭਾਈ ਹੈ ਔਰ ਉਹਨਾਂ ਦਾ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋਇਆ। ਉਹਨਾਂ ਦਾ ਅਕਾਲ ਚਲਾਣਾ ਦਿਵਸ ਵੀ ਹੈ। ਪਰ ਪਹਿਲਾਂ ਅੱਜ ਦੇ ਮੁੱਖ ਸ਼ਬਦ ਦੀ ਵਿਚਾਰ ਕਰਾਂਗੇ। ਧਨਾਸਰੀ ਰਾਗ ਵਿੱਚ 661 ਔਰ 62 ਅੰਗ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਚਨ, ਇਹ ਸ਼ਬਦ ਦੀਪਾਲਪੁਰ ਨਗਰ ਦੇ ਵਿੱਚ ਬੈਠ ਕੇ ਕਿਸੇ ਐਸੇ ਮਨੁੱਖ ਦੇ ਵਾਸਤੇ ਉਚਾਰੇ ਹਨ ਔਰ ਸਾਰਿਆਂ ਵਾਸਤੇ ਸਾਂਝੇ ਹਨ, ਜਿਹੜਾ ਕਿ ਕਿਸੇ ਕਾਰਨ ਕਰਕੇ ਕੋਹੜ ਦੇ ਰੋਗ ਦਾ ਸ਼ਿਕਾਰ ਹੋਇਆ। ਉਹਦੇ ਨਾਲ ਉਹ ਵਿਲਕਦਾ ਸੀ। ਗੁਰੂ ਸਾਹਿਬ ਨੇ ਉਹਦੇ ਵਿਲਕਣ ਦੀ, ਵਿਰਲਾਪ ਦੀ ਆਵਾਜ਼ ਸੁਣ ਕੇ ਭਾਈ ਮਰਦਾਨਾ ਸਾਹਿਬ ਜੀ ਨੂੰ ਕਿਹਾ, ਮਰਦਾਨਿਆਂ, ਇੱਥੇ ਕੋਈ ਦੁਖੀ ਲੱਗਦਾ ਹੈ ਤੇ ਸਾਡੀ ਡਿਊਟੀ ਹੀ ਅਕਾਲ ਨੇ, ਸਾਡਾ ਕਰਤੱਵ ਹੀ ਅਕਾਲ ਪੁਰਖ ਨੇ ਦੁਖੀਆਂ ਦੀ ਸਾਰ ਲੈਣਾ ਇਹ ਕੀਤਾ ਹੈ। ਸੋ ਮਹਾਰਾਜ ਉੱਥੇ ਗਏ, ਉਹਦੀ ਵੇਖੀ, ਉੱਥੇ ਭਾਈ ਮਰਦਾਨਾ ਸਾਹਿਬ ਜੀ ਨੇ ਰਬਾਬ ਵਜਾਈ ਹੈ, ਕੀਰਤਨ ਹੋਇਆ ਹੈ। ਕੀਰਤਨ ਦੇ ਵਿੱਚ ਗੁਰੂ ਸਾਹਿਬ ਨੇ ਰੋਗ ਦੇ ਕਾਰਨ ਦੱਸੇ ਹਨ ਵੀ ਰੋਗ ਕਿਉਂ ਲੱਗਦੇ ਹਨ। ਰੋਗ 3 ਪ੍ਰਕਾਰ ਦੇ ਹਨ, ਆਦਿ, ਵਿਆਧ ਅਤੇ ਉਪਾਦ। ਆਦਿ ਵਿਆਧੀ, ਆਦਿ ਜੋ ਪਿਛਲੇ ਕੀਤੇ ਹੋਏ ਜਨਮਾਂ ਦੇ ਵਿੱਚ ਜੋ ਕਰਮ ਹਨ, ਉਹਨਾਂ ਦੇ ਅਨੁਸਾਰ ਇੱਕ ਕਰਮ ਰੋਗ ਲੱਗਦਾ ਹੈ, ਜਿਹੜਾ ਬਹੁਤ ਜਲਦੀ ਕੱਟਿਆ ਨਹੀਂ ਜਾ ਸਕਦਾ। ਦੂਸਰਾ ਹੈ ਵਿਆਧ, ਜੋ ਹਵਾ ਤੋਂ, ਪਾਣੀ ਤੋਂ, ਖਾਣੇ ਪੀਣੇ ਤੋਂ ਇੱਥੋਂ ਰੋਗ ਲੱਗਦੇ ਨੇ, ਇਹਨੂੰ ਵਿਆਧ ਕਿਹਾ ਗਿਆ ਹੈ, ਵਿਆਧੀ ਹੈ।
ਸਰੀਰ ਨੂੰ ਰੋਗ ਲੱਗਦੇ ਨੇ। ਔਰ ਉਪਾਦ ਹੈ ਕਲੇਸ਼, ਝਗੜਾ। ਅੱਜ ਦੇ ਸਮੇਂ ਵਿੱਚ ਇਹਨਾਂ ਤਿੰਨਾਂ ਹੀ ਰੋਗਾਂ ਤੋਂ ਸਮਾਜ ਬਹੁਤ ਪੀੜਿਤ ਹੈ। ਉਹ ਵੀ ਇਸ ਤਰ੍ਹਾਂ ਦਾ ਇੱਕ ਜੀਵ ਸੀ ਜਿਹੜਾ ਕਲਪ ਰਿਹਾ ਸੀ, ਤੜਫ ਰਿਹਾ ਸੀ। ਗੁਰੂ ਸਾਹਿਬ ਨੇ ਕੀਰਤਨ ਦੇ ਵਿੱਚ ਪਹਿਲਾਂ ਰੋਗ ਦਾ ਕਾਰਨ ਦੱਸਿਆ ਹੈ, ਕਾਰਨ ਕੀ ਹੈ। ਫਿਰ ਦੂਜੇ ਨੰਬਰ ਤੇ ਇਹ ਵੀ ਕਿਹਾ ਹੈ ਕਿ ਬਹੁਤਾ ਬੋਲਣਾ, ਰੱਬ ਨੂੰ ਉਲਾਮੇ ਦੇਣੇ, ਇਹਦੇ ਨਾਲ ਵੀ ਇਹ ਰੋਗ ਨਹੀਂ ਹਟਦਾ। ਇਹ ਆਪਣਾ ਸਮਾਂ ਲੈਂਦਾ ਹੈ ਔਰ ਮਨੁੱਖ ਨੂੰ ਉਸ ਰਾਹ ਤੇ ਤੋਰਦਾ ਹੈ। ਜੇ ਸੰਗਤ ਮਿਲ ਜਾਏ ਤੇ ਦੁੱਖ ਦਾਰੂ ਬਣ ਕੇ ਪਰਮਾਤਮਾ ਦੇ ਦਰਵਾਜ਼ੇ ਤੱਕ ਵੀ ਜਾ ਸਕਦਾ ਹੈ। ਤਾਂ ਸਤਿਗੁਰੂ ਉਹਦਾ ਜੋ ਬਚਨ ਕਰ ਰਹੇ ਹਨ ਵਿਸਤਾਰ ਦੇ ਵਿੱਚ, ਸੰਖੇਪ ਦੇ ਵਿੱਚ, ਕਹਿੰਦੇ ਫਿਰ ਐਸੀ ਹਾਲਤ ਬਣ ਜਾਂਦੀ ਹੈ ਕਿ ਜਿੰਦ ਵਾਰ-ਵਾਰ ਉਸ ਰੋਗ ਦੇ ਵਿੱਚ ਤਪਦੀ ਹੈ, ਖਪਦੀ ਹੈ। ਉਹਦੇ ਅੰਦਰ ਉਹਨੂੰ ਬਹੁਤ ਦੁੱਖ ਸਹਿਣਾ ਪੈਂਦਾ ਹੈ ਔਰ ਤਪ ਕੇ ਬਹੁਤ ਵਿਕਾਰ ਦੇ ਵਿੱਚ, ਬੇਕਾਰ ਦਾ ਮਤਲਬ ਵਿਕਾਰ ਵੀ ਕੀਤੇ ਨੇ ਅਰਥ, ਵਿਕਾਰ ਦਾ ਮਤਲਬ ਬਿਨਾਂ ਕੰਮ ਤੋਂ ਵੀ ਹੈ। ਐਸੀ ਅੰਦਰ ਤ੍ਰਿਸ਼ਨਾ ਦੇ ਭਾਂਬੜ ਬਲਦੇ ਹਨ, ਅੱਗ ਬਲਦੀ ਹੈ ਪਰਮੇਸ਼ਰ ਨੂੰ ਵਿਸਰ ਕੇ, ਉਹਨੂੰ ਭੁਲਾ ਕੇ, ਕਿ ਲਗਾਤਾਰ ਮਨ ਦੇ ਵਿੱਚ ਬੇਕਾਰ ਵਿਚਾਰ ਚੱਲੀ ਜਾਂਦੇ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਕਾਰਨ ਹੈ ਅਕਾਲ ਪੁਰਖ ਦੀ ਬਾਣੀ ਨੂੰ ਭੁੱਲ ਜਾਣਾ, ਵਾਹਿਗੁਰੂ ਦੀ ਉਸਤਤ ਨੂੰ ਭੁੱਲ ਜਾਣਾ, ਅਕਾਲ ਪੁਰਖ ਦੀ ਹੋਂਦ ਨੂੰ ਤੋਂ ਇਨਕਾਰੀ ਹੋ ਕੇ ਮਨ ਮਰਜ਼ੀ ਦਾ ਜੀਵਨ ਜਿਉਣਾ, ਧੱਕੇਸ਼ਾਹੀ ਦਾ ਜੀਵਨ ਜਿਉਣਾ, ਧੱਕਾ ਕਰਨਾ, ਤਾਕਤ ਦੀ ਦੁਰਵਰਤੋਂ ਕਰਨੀ, ਇਹ ਇਹਦੇ ਕਾਰਨ ਹਨ। ਫਿਰ ਮਹਾਰਾਜ ਕਹਿੰਦੇ ਬਹੁਤਾ ਬੋਲਣ ਦੇ ਨਾਲ ਵੀ ਇਹ ਰੋਗ ਨਹੀਂ ਹਟਦੇ, ਇਹ ਵੀ ਇੱਕ ਝੱਖਣ ਹੀ ਬਣ ਜਾਂਦਾ ਹੈ। ਔਰ ਅਕਾਲ ਪੁਰਖ ਇਸ ਲੱਗੇ ਹੋਏ ਰੋਗ ਦੇ ਬਾਰੇ ਸਭ ਕੁਝ ਅੰਤਰਜਾਮੀ ਗੁਰਦੇਵ ਜੀ ਜਾਣਦੇ ਹਨ ਵੀ ਇਹਦਾ ਕਾਰਨ ਕੀ ਹੈ। ਫਿਰ ਮਹਾਰਾਜ ਕਹਿੰਦੇ ਇਹਦੇ ਕਾਰਨ ਨੇ ਜਿਸ ਅਕਾਲ ਪੁਰਖ ਨੇ ਕੰਨ, ਅੱਖਾਂ, ਨੱਕ ਦਿੱਤੇ ਸਨ, ਮਨ ਦਿੱਤਾ ਸੀ ਜਿਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਪਾਈ ਸੀ, ਤੇ ਪਵਨ ਸਵਾਸ ਦਿੱਤੇ। ਇਹ ਜਦੋਂ ਉਲਟ ਰਸਤਿਆਂ ਤੇ ਚੱਲਦੇ ਨੇ, ਕੰਨ ਦੂਜੇ ਦੀ ਨਿੰਦਿਆ ਵਿੱਚ ਰਸ ਲੈਂਦੇ ਹਨ, ਅੱਖਾਂ ਦੂਜੇ ਦਾ ਰੂਪ ਦੇਖਦੀਆਂ ਹਨ, ਤੇ ਨੱਕ ਰੱਖਣ ਪਿੱਛੇ ਬੰਦਾ ਆਪਣੀ ਜ਼ਿੰਦਗੀ ਕਰਜ਼ਿਆਂ ਦੇ ਥੱਲੇ, ਦੁੱਖਾਂ ਦੇ ਥੱਲੇ, ਹੰਕਾਰ ਦੇ ਥੱਲੇ ਸੜਦਾ ਬਲਦਾ ਰਹਿੰਦਾ। ਮਨ ਤ੍ਰਿਸ਼ਨਾ ਦੇ ਵਿੱਚ ਸੜਦਾ ਰਹਿੰਦਾ ਔਰ ਹਵਾ ਦੇ ਵਾਂਗੂ ਉੱਡਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਇਹ ਹਾਲਾਤ ਬਣ ਜਾਂਦੀ ਹੈ। ਮਹਾਰਾਜ ਇਹਦਾ ਕੋਈ ਇਲਾਜ ਵੀ ਹੈ? ਕਹਿੰਦੇ ਹੈ ਇਲਾਜ ਇਹਦਾ, ਕਿਉਂ ਨਹੀਂ ਹੈ? ਕੋਈ ਇਸ ਤਰ੍ਹਾਂ ਦਾ ਰੋਗ ਨਹੀਂ ਜਿਹਦਾ ਇਲਾਜ ਨਾ ਹੋਵੇ ਗੁਰੂ ਨਾਨਕ ਦੇ ਘਰ ਦੇ ਵਿੱਚ। ਇਹਦਾ ਇਲਾਜ ਇਹ ਹੈ ਕਿ ਜੇ ਕੋ ਡੂਬੈ ਫਿਰ ਹੋਵੈ ਸਾਰ। ਜੇ ਕੋਈ ਗੁਰੂ ਕੇ ਸ਼ਬਦ ਦੇ ਵਿੱਚ, ਉਪਦੇਸ਼ ਦੇ ਵਿੱਚ ਆਪਣੇ ਮਨ ਨੂੰ ਲੀਨ ਕਰਦਾ, ਗੁਰੂ ਦੀ ਦਸੀ ਕਾਰ ਕਮਾਏ, ਗੁਰੂ ਦੇ ਮਾਰਗ ਤੇ ਚੱਲੇ, ਨਾਮ ਬਾਣੀ ਦਾ ਅਭਿਆਸ ਕਰੇ, ਸੇਵਾ ਸਿਮਰਨ ਸੁਰਤ ਸ਼ਬਦ ਦਾ ਅਭਿਆਸ ਕਰੇ। ਜੇ ਕੋ ਡੂਬੈ ਫਿਰ ਹੋਵੈ ਸਾਰ, ਜਿਹੜਾ ਗੁਰੂ ਕੇ ਸ਼ਬਦ ਰੂਪੀ ਸਮੁੰਦਰ ਵਿੱਚ ਇੱਕਮਿਕ ਹੋ ਜਾਂਦਾ, ਲੀਨ ਹੋ ਜਾਂਦਾ ਹੈ। ਨਾਨਕ ਸਾਚਾ ਸਰਬ ਦਾਤਾਰ, ਕਿਉਂਕਿ ਉਹ ਜਿਹੜਾ ਦਾਤਾਰ ਵਾਹਿਗੁਰੂ ਹੈ ਉਹ ਸਾਰਿਆਂ ਦਾ ਹੀ ਸਦਾ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦੀ ਸਾਰ ਲੈਣ ਵਾਲਾ ਹੈ, ਮਾੜੇ ਚੰਗਿਆਂ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਸੋ ਗੁਰੂ ਸਾਹਿਬ ਇਹ ਸੰਖੇਪ ਇਸ ਸ਼ਬਦ ਦੇ ਵਿਚਾਰ ਸਨ। ਆਓ ਪਿਆਰ ਸਹਿਤ ਇਸ ਸ਼ਬਦ ਦੀ ਆਰੰਭਤਾ ਕਰੀਏ। ਪਿਆਰ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ। ਤਨਾਸਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ, ਪਹਿਲੇ ਪਾਤਸ਼ਾਹ ਜੀ ਦਾ ਸ਼ਬਦ, ਅੱਜ ਦਾ ਸ੍ਰੀ ਮੁਖ ਵਾਕ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਆਇਆ, ਕਹਿੰਦੇ
ਵਿਕਾਰਾਂ ਦੇ ਵਿੱਚ ਫਸਣ ਕਰਕੇ, ਤ੍ਰਿਸ਼ਨਾ ਦੇ ਵਿੱਚ ਫਸਣ ਕਰਕੇ ਜਿੰਦ ਵਾਰ-ਵਾਰ ਤਪਦੀ ਹੈ। ਬਾਹਰੋਂ ਭਾਵੇਂ ਠੰਡ ਹੈ, ਅੰਦਰ ਸ਼ਾਂਤੀ ਨਹੀਂ, ਮਨ ਨਹੀਂ ਟਿਕਿਆ। ਬਾਹਰੋਂ ਸਾਧਨ ਬੜੇ ਨੇ, ਮਨ ਵਿੱਚ ਠੰਡ ਨਹੀਂ ਬਣੀ। ਸਤਿਗੁਰੂ ਨੇ ਬਾਣੀ ਵਿੱਚ ਦੋ ਬਚਨ ਕਹੇ ਨੇ। ਇੱਕ ਤੇ ਕਿਹਾ ਮਾਇਆ ਦਾ ਸਰੂਪ, ਮਾਇਆ ਦਾ ਸੁਭਾਅ ਜਿਹੜਾ ਹੈ ਬਹੁਤ ਗਰਮ ਹੈ। ਦੂਜੇ ਪਾਸੇ ਕਿਹਾ ਨਾਮ ਦਾ ਸੁਭਾਅ ਬਹੁਤ ਠੰਡਾ ਹੈ। ਮਾਇਆ ਗਰਮ ਹੈ, ਨਾਮ ਠੰਡਾ ਹੈ। ਔਰ ਇਸ ਮਾਇਆ ਦੀ ਬਲੀ ਹੋਈ ਅੱਗ ਨੂੰ ਜੋ ਲਗਾਤਾਰ ਅੰਦਰ, ਗੁਰੂ ਸਾਹਿਬ ਕਹਿੰਦੇ ਨੇ, ਇੱਕ ਕੂਕਰ ਵਾਂਗੂ, ਲੋਭ ਵਾਂਗੂ ਇੱਕ ਕੁੱਤਾ ਭੌਂਕਦੇ ਰਹਿੰਦਾ ਦਿਨ ਰਾਤ। ਏਕ ਸਵਾਨ ਦੋ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਲਗਾਤਾਰ ਮਨ ਦੇ ਵਿੱਚੋਂ ਅਜੇ ਜਾਗ ਆਉਂਦੀ ਹੈ। ਅਜੇ ਮੰਜੇ ਤੇ ਮਨੁੱਖ ਪਿਆ ਹੈ, ਉੱਠ ਕੇ ਇਹਨੇ ਆਪਣਾ ਅੱਖਾਂ ਤੇ ਪਾਣੀ ਵੀ ਨਹੀਂ ਮਾਰਿਆ ਤੇ ਸਤਿਗੁਰੂ ਕਹਿੰਦੇ ਲੋਭ ਦਾ ਕੁੱਤਾ ਉਦੋਂ ਪਹਿਲਾਂ ਹੀ ਭੌਂਕਣ ਲੱਗ ਪੈਂਦਾ ਹੈ। ਪਹਿਲਾਂ ਹੀ ਸ਼ੁਰੂ ਕਰ ਦਿੰਦਾ, ਕਿੱਧਰ ਜਾਵਾਂਗੇ, ਕੀ ਕਰਾਂਗੇ, ਕੀ ਹੋਵੇਗਾ। ਜਦ ਕਿ ਸਿੱਖ ਨੇ ਦਿਨ ਦੀ ਸ਼ੁਰੂਆਤ ਕਰਨੀ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਹ ਪਹਿਲੇ ਟਾਈਮ ਤੇ ਆਉਣਾ ਤੇ ਨਾਮ ਸੀ, ਉੱਥੇ ਆ ਗਿਆ ਲੋਭ, ਉੱਥੇ ਵਿਚਾਰਾਂ ਚੱਲ ਪਈਆਂ, ਉੱਥੇ ਭੱਜਾ ਦੌੜੀ ਚੱਲ ਪਈ। ਭਾਵੇਂ ਮਨ ਵਿੱਚ ਹੀ ਚੱਲੀ, ਅਜੇ ਸਰੀਰ ਨਹੀਂ ਤੁਰਿਆ, ਪਰ ਮਨ ਤੇ ਭੌਣ ਲੱਗ ਪਿਆ ਨਾ। ਪਹਿਲੀ ਗਲਤੀ ਅਸੀਂ ਆਪਣੇ ਜੀਵਨ ਵਿੱਚ ਸਭ ਤੋਂ ਇੱਥੋਂ ਸ਼ੁਰੂ ਕਰਨੀ ਆ, ਸਵੇਰ ਦੀ ਪਹਿਲੀ ਜਾਗ ਤੋਂ। ਸਤਿਗੁਰੂ ਕਹਿੰਦੇ ਘੱਟੋ ਘੱਟ ਪਹਿਲੀ ਜਾਗ ਨੂੰ ਤਾਂ ਠੀਕ ਕਰ। ਹੋ ਸਕਦਾ ਤੇਰੇ ਜਾਗਣ ਦਾ ਇਹ 5 ਮਿੰਟ ਸਾਰੇ ਦਿਨ ਨੂੰ ਬਦਲ ਕੇ ਰੱਖਦਾ। ਸ਼ੁਰੂਆਤ ਹੈ। ਕਹਿੰਦੇ ਨੇ ਪਹਿਲੇ ਮੋੜ ਤੋਂ ਬੰਦਾ ਗਲਤ ਚਲਾ ਜਾਏ ਤੇ ਸਾਰੇ ਰਸਤੇ ਹੀ ਗਲਤ ਹੋ ਜਾਂਦੇ ਨੇ। ਜੇ ਪਹਿਲੇ ਮੋੜ ਤੋਂ ਸਿੱਧਾ ਤੁਰੇ ਤੇ ਸੰਭਾਵਨਾ ਹੈ ਰਸਤੇ ਅੱਗੇ ਸਿੱਧੇ ਮਿਲਣਗੇ। ਪਹਿਲਾ ਮੋੜ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ। ਭਲਕੇ ਉੱਠ ਦਾ ਮਤਲਬ ਹੈ ਉੱਠਦਿਆਂ ਸਾਰ, ਜਦੋਂ ਇੱਕਦਮ ਜਾਗ ਆਉਂਦੀ, ਭਾਵੇਂ ਕਦੋਂ ਆ ਗਈ, ਹਰ ਨਾਮ ਧਿਆਵੈ, ਹਰੀ ਦਾ ਨਾਮ ਧਿਆਨ ਦੇ ਵਿੱਚ ਕਰੇ। ਨਹੀਂ ਨਾਮ ਜਪਿਆ ਜਾਂਦਾ, 10 ਗੁਰੂ ਸਾਹਿਬ ਦਾ ਨਾਮ ਲਵੇ ਆਪਣੇ ਮਨ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਵੇ। ਉਹਦੇ ਤੋਂ ਬਾਅਦ ਜੇ ਮੂਲ ਮੰਤਰ ਆਉਂਦਾ, ਮੂਲ ਮੰਤਰ ਕਰੇ। ਭਾਵੇਂ ਅਜੇ ਨਹੀਂ ਮੰਜੇ ਤੋਂ ਉੱਠਿਆ ਜਾਂਦਾ, ਜੇ ਉੱਠ ਕੇ ਬੈਠ ਜਾਏ, ਕੰਧ ਦਾ ਸਹਾਰਾ ਲੈ ਕੇ ਬੈਠ ਜਾਏ, ਜੇ ਨੀਂਦ ਬਹੁਤੀ ਤੰਗ ਕਰਦੀ ਹੈ ਤਾਂ ਫਿਰ ਗੁਰਮੰਤਰ ਦਾ ਜਾਪ ਕਰੇ। ਇੱਥੋਂ ਸ਼ੁਰੂ ਕਰੇ। ਹੋ ਸਕਦਾ ਇਹ ਰੋਜ਼ ਦਾ ਨੇਮ ਬਣਾ ਕੇ ਵੇਖ ਲਈਏ ਤੇ ਸਾਰੇ ਦਿਨ ਤੇ ਬਾਣੀ ਪ੍ਰਭਾਵ ਪਾਉਣੀ ਸ਼ੁਰੂ ਕਰ ਦੇਗੀ। ਪਰ ਇਹਦੇ ਉਲਟ ਜਦੋਂ ਅਸੀਂ ਉੱਠਦੇ ਹਾਂ ਸਾਰੀ ਸੰਸਾਰ ਬਾਰੇ ਸੋਚਦੇ ਹਾਂ। ਤੇ ਦੂਜੀ ਗੱਲ, ਜਿਹੜਾ ਅੱਜ ਕੱਲ੍ਹ ਸਾਨੂੰ ਰੋਗ ਲੱਗਾ ਹੋਇਆ ਹੈ, ਮੇਰੇ ਖਿਆਲ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੋਣਾ ਜਿਹੜਾ ਆਪਣੇ ਸਿਰਹਾਣੇ ਫੋਨ ਨਹੀਂ ਰੱਖ ਕੇ ਸੌਂਦਾ। ਅਜੇ ਬੰਦਾ ਉੱਠਦਾ ਨਹੀਂ, ਫੋਨ ਪਹਿਲਾਂ ਹੀ ਅੱਖਾਂ ਮਲਦਾ ਮਲਦਾ, ਇੱਕ ਅੱਖ ਦੇ ਨਾਲ ਹੀ ਭਾਵੇਂ ਵੇਖਣਾ ਪਏ, ਫੋਨ ਪਹਿਲਾਂ ਜ਼ਰੂਰ ਵੇਖ ਲੈਂਦਾ ਇਹਦੇ ਵਿੱਚ ਕੀ ਆਇਆ। ਇੰਨਾ ਮਨ ਖਿੰਡਿਆ ਹੋਇਆ। ਤੇ ਸਤਿਗੁਰੂ ਨੇ ਬਾਣੀ ਦੇ ਵਿੱਚ ਗੁਰੂ ਕੇ ਸਵਾਰਿਓ ਇਹਦੇ ਬਾਰੇ ਬਚਨ ਕੀਤੇ ਨੇ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਕਹਿੰਦੇ ਇਸ ਸਰੀਰ ਦੇ ਅੰਦਰ, ਇਸ ਮਨ ਦੇ ਅੰਦਰ 4 ਅੱਗਾਂ ਭਰ ਕੇ ਚੱਲ ਰਹੀਆਂ ਨੇ, 4 ਨਦੀਆਂ ਵਹਿ ਰਹੀਆਂ ਨੇ। ਕਿਹੜੀਆਂ ਕਿਹੜੀਆਂ? ਹੰਸ ਹੇਤ ਲੋਭ ਕੋਪ। ਹੰਸ ਦਾ ਅਰਥ ਇੱਥੇ ਹੈ ਹਿੰਸਾ। ਹਿੰਸਾ ਦਾ ਅਰਥ ਹੈ ਦੂਜੇ ਬੰਦੇ ਵਾਸਤੇ ਅੰਦਰ ਸਾੜਾ ਰੱਖਣਾ, ਅੰਦਰ ਈਰਖਾ ਰੱਖਣੀ। ਕਿਸੇ ਨੂੰ ਵੇਖ ਕੇ ਆਪਣੇ ਕੋਲ ਜੋ ਹੈ ਉਹਦੇ ਉੱਤੇ ਕਦੀ ਧਿਆਨ ਨਹੀਂ ਦੇਣਾ, ਦੂਜੇ ਕੋਲ ਕੀ ਹੈ ਉਹਦੇ ਬਾਰੇ ਸੋਚ ਕੇ ਸੜੀ ਬਲੀ ਜਾਣਾ। ਇਹ ਹੰਸ ਹੈ। ਇਹਦੀ ਨਦੀ ਵਗਦੀ, ਕਹਿੰਦੇ ਇਹ ਵੀ ਸਾੜ ਦਿੰਦੀ ਤੇਰੇ ਅੰਦਰ। ਜਿਹੜਾ ਇੱਕ 8 ਪਹਿਰਾਂ ਬਾਅਦ ਕਹਿੰਦੇ ਮਨੁੱਖ ਦੇ ਸਰੀਰ ਦੇ ਅੰਦਰ ਇੱਕ ਫੁੱਲ ਪੈਦਾ ਹੁੰਦਾ ਨਾਮ ਦਾ। ਇਹ ਚੀਜ਼ਾਂ ਉਹਨੂੰ ਰੋਜ਼ ਹੀ ਸਾੜ ਦਿੰਦੀਆਂ ਨੇ, ਉਹਨੂੰ ਫਲ ਤੱਕ ਜਾਣ ਹੀ ਨਹੀਂ ਦਿੰਦੀਆਂ। ਪਹਿਲਾ ਹੰਸ। ਇਸ ਕਰਕੇ ਮਹਾਰਾਜ ਨੇ ਕਿਹਾ ਪਹਿਲਾਂ ਇੱਥੋਂ ਸ਼ੁਰੂ ਕਰ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੰਸ ਜਿਹੜਾ ਹੈ ਅੰਦਰ ਦੀ ਈਰਖਾ ਹੈ, ਅੰਦਰ ਦਾ ਸਾੜਾ ਹੈ, ਦੂਜੇ ਨੂੰ ਵੇਖ ਕੇ ਸਹਿਣ ਨਹੀਂ ਕਰਨਾ। ਜਦ ਕਿ ਜਗਤ ਕਈ ਪ੍ਰਕਾਰ ਦਾ ਪੈਦਾ ਕੀਤਾ। ਸੁਧਾਰ ਕਰਨਾ ਤੇ ਸੁਧਾਰ ਦੀ ਗੱਲ ਕਰ ਸਕਨੇ ਆ, ਚੰਗੇ ਮਾੜੇ ਦੀ ਵਿਚਾਰ ਕਰ ਸਕਨੇ ਆ,
ਪਰ ਜੇ ਮਹਾਰਾਜ ਕਹਿੰਦੇ ਤੈਨੂੰ ਚੰਗਾ ਬਣਾ ਦਿੱਤਾ ਤੇ ਮਾੜਿਆਂ ਦੇ ਉੱਤੇ ਖਿਜੀ ਨਾ, ਕਿਉਂਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸੋ ਅਗਨ ਮੈਂ ਸਾੜੀ। ਜਿੱਥੇ ਇਸ ਦਾੜੀ ਨੂੰ ਇੱਥੇ ਸਤਕਾਰ ਮਿਲਿਆ, ਸੇ ਦਾੜੀਆਂ ਸੱਚੀਆਂ ਜੋ ਗੁਰ ਚਰਨੀ ਲਾਗਨ। ਤੇ ਜੇ ਮਾੜੇ ਬੰਦੇ ਦੇ ਉੱਤੇ ਹੰਕਾਰ ਹੀ ਝਾੜੀ ਜਾਏ ਆਪਣਾ, ਉਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਵਾਨ ਨਹੀਂ ਕਰਦੇ। ਇਸ ਕਰਕੇ ਕਹਿੰਦੇ ਨੇ ਕਿ ਅੰਦਰ ਹੰਸ ਹੇਤ, ਦੂਜੀ ਨਦੀ ਵਗਦੀ ਹੈ ਹੇਤ ਦੀ। ਹੇਤ ਮੈਨੇ ਮੋਹ, ਸੰਸਾਰ ਦੇ ਪਦਾਰਥਾਂ ਦੇ ਵਿੱਚ ਮਨ ਚੰਬੜਿਆ ਰਹਿੰਦਾ 24 ਘੰਟੇ, ਇਹ ਨਦੀ ਵਗਦੀ ਹੈ। ਹੰਸ ਹੇਤ ਤੇ ਲੋਭ, ਲੋਭ ਦਾ ਮਤਲਬ ਹੁੰਦਾ ਜੋ ਕੋਲ ਹੈ ਉਹਨੂੰ ਨਹੀਂ ਵੇਖਣਾ, ਜੋ ਕੋਲ ਨਹੀਂ ਉਹਦੇ ਬਾਰੇ ਸੋਚਦੇ ਰਹਿਣਾ, ਇਹਨੂੰ ਲੋਭ ਕਹਿੰਦੇ ਨੇ। ਇਹਦੇ ਐਂਟੀ ਉਲਟ ਜਿਹੜਾ ਗੁਣ ਕਿਹੜਾ ਹੈ, ਉਹ ਗੁਣ ਇਹ ਹੈ ਜੋ ਕੋਲ ਹੈ ਉਹਨੂੰ ਵੇਖਣਾ, ਜੋ ਨਹੀਂ ਉਹਦੇ ਬਾਰੇ ਅਰਦਾਸ ਕਰ ਸਕਨੇ ਆ ਤੇ ਉਦਮ ਕਰ ਸਕਨੇ ਆ। ਇਹ ਸਾਡਾ ਹੱਕ ਹੈ। ਉਦਮ ਕਰਨਾ ਮਾੜਾ ਨਹੀਂ। ਇਹ ਨਹੀਂ ਕਿ ਸਿੱਖ ਗਰੀਬੀ ਦਿੱਤੀ ਗੁਰੂ ਸਾਹਿਬ ਨੇ ਵੀ ਤੂੰ ਹੱਥਾਂ ਤੇ ਹੱਥ ਧਰ ਕੇ ਬੈਠਾ ਰਹੋ, ਕਰ ਸਕਣਾ ਉਦਮ, ਤੂੰ ਉਦਮ ਕਰ। ਉਦਮ ਕਰਨਾ ਹੈ, ਪਰ ਮਿਲੇ ਤੇ ਤਾਂ ਵੀ ਸ਼ੁਕਰ, ਜੇ ਨਾ ਮਿਲੇ ਤੇ ਤਾਂ ਵੀ ਸ਼ੁਕਰ। ਇਹ ਬੜਾ ਔਖਾ ਹੈ, ਕਿਉਂਕਿ ਆਪਾਂ ਕਹਿੰਦੇ ਜਦੋਂ ਮੈਂ ਕੀਤਾ ਇਹਨਾਂ ਤੇ ਮਿਲਿਆ ਕਿਉਂ ਨਹੀਂ। ਮੈਂ ਤੇ ਯਾਤਰਾ ਵੀ ਇੰਨੀ ਵਾਰੀ ਕੀਤੀ ਹੈ, ਮੈਂ ਤੇ ਪਾਠ ਵੀ ਇੰਨੇ ਕੀਤੇ ਕਰਾਏ ਨੇ, ਮੈਂ ਤੇ ਸਾਰਾ ਕੁਝ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਦਾਅਵੇ ਨਾ ਕਰਿਆ ਕਰ, ਕਰਨਾ ਕਰ ਹਿੰਮਤ। ਉਦਮ ਕਰੇਗਾ ਫਲ ਤੇ ਪੈਣੀ ਝੋਲੀ ਵਿੱਚ, ਇੱਕ ਪਾਸਿਓਂ ਨਾ ਪਏਗਾ ਦੂਜੇ ਪਾਸਿਓਂ ਪੈ ਜਾਏਗਾ। ਪਰ ਦਾਅਵੇ ਨਾ ਕਦੀ ਕਰੀ, ਦਾਅਵਾ ਕਰੇਗਾ ਤੇ ਅੰਦਰ ਫਿਰ ਸਾੜੇ ਵਿੱਚ ਚਲੇ ਜਾਣਾ, ਦਾਅਵਾ ਨਹੀਂ ਕਰਨਾ। ਇਸ ਕਰਕੇ ਇਹਦੇ ਤੋਂ ਅੱਗੇ ਬਚਨ ਕਹਿੰਦੇ ਹੰਸ ਹੇਤ ਤੇ ਲੋਭ, ਕੋਪ, ਚੌਥਾ ਹੈ ਕ੍ਰੋਧ। ਤੇ ਕ੍ਰੋਧ ਉਦੋਂ ਪੈਦਾ ਹੁੰਦਾ ਜਦੋਂ ਲੋਭ ਪੂਰਾ ਨਾ ਹੋਵੇ। ਕ੍ਰੋਧ ਉਦੋਂ ਪੈਦਾ ਹੁੰਦਾ ਜਦੋਂ ਹੰਕਾਰ ਪੂਰਾ ਨਾ ਹੋਵੇ। ਹਮੇਸ਼ਾ ਹੰਕਾਰੀ ਤੇ ਲੋਭੀ ਬੰਦੇ ਤੇ ਕਾਮੀ ਬੰਦੇ ਇਹ ਕ੍ਰੋਧੀ ਹੁੰਦੇ ਨੇ। ਇਹਨਾਂ ਤਿੰਨਾਂ ਕਰਕੇ ਕ੍ਰੋਧ ਪੈਦਾ ਹੁੰਦਾ ਹੈ। ਕਾਮ ਪੂਰਾ ਨਾ ਹੋਵੇ ਤੇ ਕ੍ਰੋਧ ਪੈਦਾ ਹੋਵੇਗਾ, ਲੋਭ ਪੂਰਾ ਨਾ ਹੋਵੇ ਤੇ ਕ੍ਰੋਧ ਪੈਦਾ ਹੋਵੇਗਾ, ਹੰਕਾਰ ਪੂਰਾ ਨਾ ਹੋਵੇ, ਕਿਸੇ ਝੁੱਕ ਕੇ ਪੈਰਾਂ ਨੂੰ ਹੱਥ ਨਹੀਂ ਲਾਇਆ ਤੇ ਤਾਂ ਵੀ ਲੋਭ ਕ੍ਰੋਧ ਪੈਦਾ ਹੋਵੇਗਾ। ਇਹ ਚਾਰ ਨਦੀਆਂ ਅੰਦਰ ਮਹਾਰਾਜ ਕਹਿੰਦੇ ਅੱਗ ਦੀਆਂ ਭਰ ਕੇ ਵਗਦੀਆਂ ਪਈਆਂ ਸਾਡੀ ਸੁਰਤੀ ਦੇ ਅੰਦਰ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ। ਜਿਹੜੇ ਇਹਦੇ ਵਿੱਚ ਪੈ ਗਏ ਉਹ ਸੜ ਬਲ ਗਏ, ਉਹਨਾਂ ਦੀ ਅੰਦਰਲੀ ਜ਼ਿੰਦਗੀ ਜਿਹੜੀ ਗੁਣਾਂ ਵਾਲੀ ਹੈ। ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਜੇ ਗੁਰੂ ਦੀ ਕਿਰਪਾ ਹੋਵੇ ਤੇ ਮਨੁੱਖ ਦਾ ਮਨ ਗੁਰੂ ਸ਼ਬਦ ਨਾਲ ਜੁੜ ਜਾਏ ਤੇ ਫਿਰ ਇਹਨਾਂ ਨਦੀਆਂ ਤੋਂ ਬੇੜੀ ਬਣਾ ਕੇ ਗੁਰੂ ਸਾਹਿਬ ਤਾਰ ਲੈਂਦੇ ਨੇ, ਨਹੀਂ ਤਾਂ ਜੀਵਨ ਸੜਦਾ ਹੈ। ਹੋਰ ਬਚਨ ਕੀਤੇ ਨੇ ਸੜਨ ਬਾਰੇ ਮਹਾਰਾਜ ਨੇ। 4 ਪ੍ਰਕਾਰ ਦੀ ਮਾਇਆ ਗਿਣੀ ਹੈ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਵਿੱਚ। ਪਹਿਲੀ ਹੈ ਸਾਧ ਸੰਗਤ ਜੀ ਅਸਥੂਲ ਮਾਇਆ, ਦੂਜੀ ਹੈ ਜਿਹੜੀ ਇਸਤਰੀ ਜਾਂ ਪੁਰਸ਼ ਦੀ ਮਾਇਆ, ਸੂਖਮ ਮਾਇਆ ਜਿਹਨੂੰ ਕਿਹਾ ਗਿਆ ਹੈ, ਤੇ ਤੀਸਰੀ ਹੈ ਰਾਜਨੀਤਿਕ ਮਾਇਆ, ਤੇ ਚੌਥੀ ਹੈ ਗੁਰੂ ਕੇ ਸਵਾਰਿਓ ਜਿਹੜੀ ਇਹ ਕਰਾਮਾਤਾਂ ਦੀ ਮਾਇਆ ਹੈ। ਇਹ 4 ਪ੍ਰਕਾਰ ਦੀ ਮਾਇਆ ਬੰਦੇ ਨੂੰ ਸਾੜ ਸਕਦੀ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਇਹਦਾ ਮਤਲਬ ਇਹ ਨਹੀਂ ਵੀ ਇਹ ਚੀਜ਼ਾਂ ਚਾਹੀਦੀਆਂ ਨਹੀਂ। ਅਸਥੂਲ ਮਾਇਆ ਦੇ ਵਿੱਚ ਕੀ ਆਉਂਦਾ ਹੈ? ਸਭ ਤੋਂ ਪਹਿਲਾਂ ਮਕਾਨ ਆਉਂਦਾ ਹੈ, ਜਾਂ ਬੰਦੇ ਕੋਲ ਸੋਨਾ ਹੈ ਉਹ ਵੀ ਆਉਂਦਾ ਹੈ। ਜਿਹੜੀ ਸੂਖਮ ਮਾਇਆ ਉਹਦੇ ਵਿੱਚ ਕੀ ਆਉਂਦਾ? ਇਸਤਰੀ ਵਾਸਤੇ ਪੁਰਸ਼ ਆਉਂਦਾ ਤੇ ਪੁਰਸ਼ ਵਾਸਤੇ ਇਸਤਰੀ ਆਉਂਦਾ। ਮਕਾਨ ਵੀ ਮਹਾਰਾਜ ਨੇ ਕਿਹਾ ਸਿੱਖ ਕੋਲ ਹੋਣਾ ਚਾਹੀਦਾ। ਇਸਤਰੀ ਬਾਰੇ ਵੀ ਕਿਹਾ ਮੰਗਿਆ ਘਰ ਕੀ ਗੀਹਣ ਚੰਗੀ। ਇਸਤਰੀ ਪੁਰਸ਼ ਇਹ ਸੰਬੰਧ ਇਸ ਸੰਸਾਰ ਦਾ ਚੱਲਦਾ। ਇਹਦੇ ਤੋਂ ਅੱਗੇ ਰਾਜਸੀ ਮਾਇਆ, ਰਾਜਸੀ ਰਾਜਨੀਤਿਕ ਸ਼ਕਤੀ। ਕਲਗੀਧਰ ਪਾਤਸ਼ਾਹ ਆਪ 52 ਬਚਨਾਂ ਵਿੱਚ ਕਹਿੰਦੇ ਨੇ ਗੁਰੂ ਕਾ ਸਿੱਖ ਰਾਜਨੀਤੀ ਪੜ੍ਹੇ। ਇਹ ਨਹੀਂ ਕਿ ਸਾਨੂੰ ਜਿਹੜੇ ਇਹ ਸੁਣਾਉਣ ਵਾਲੇ ਉਪਦੇਸ਼ ਨੇ ਵੀ ਤੁਸੀਂ ਧੌਣ ਸੁੱਟ ਕੇ ਮਾਲਾ ਫੇਰੀ ਜਾਓ ਤੇ ਅਸੀਂ ਜੋ ਮਰਜ਼ੀ ਕਰੀ ਜਾਈ, ਸਾਨੂੰ ਨਾ ਕੁਝ ਕਹੋ। ਇਹ ਨਹੀਂ ਉਪਦੇਸ਼ ਗੁਰਮਤਿ ਦਾ। ਸਿੱਖ ਪੜ੍ਹ ਸਕਦਾ ਹੈ, ਹਾਂ, ਜਦੋਂ ਆਪਣੇ ਭਰਾਤਰੀ ਭਰਾ ਦੇ ਵਿੱਚ, ਪਰਿਵਾਰ ਦੇ ਵਿੱਚ, ਪੰਥ ਦੇ ਵਿੱਚ ਗੱਲ ਕਰਨੀ ਹੈ ਤੇ ਉਹਦਾ ਸਲੀਕਾ ਉਹਨੂੰ ਆਉਣਾ ਚਾਹੀਦਾ। ਉੱਥੇ ਬੋਲਣ ਦਾ ਢੰਗ ਉਹਨੂੰ ਆਉਣਾ ਚਾਹੀਦਾ। ਆਊਟ ਆਫ ਰੇਂਜ ਜਾ ਕੇ ਨਾ ਬੋਲੇ ਜਿਹਦੇ ਨਾਲ ਬਖੇੜੇ ਜ਼ਿਆਦਾ ਵਧਣ। ਪਰ ਉਹਦਾ ਹੱਕ ਹੈ ਰਾਜਨੀਤੀ ਪੜ੍ਹਨੀ, ਹੱਕ ਹੈ ਉਹਦਾ ਰਾਜਨੀਤੀ ਦੀ ਗੱਲ ਕਰਨੀ। ਇਸ ਕਰਕੇ ਤੀਜੀ ਮਾਇਆ ਰਾਜਸੀ ਮਾਇਆ ਹੈ ਤੇ ਚੌਥੀ ਮਾਇਆ ਹੈ ਸਾਧ ਸੰਗਤ ਜੀ ਜਿਹੜੀ ਸਿੱਧਾਂ ਨੇ
ਸਮਾਧੀਆਂ ਲਾਈਆਂ ਸਨ, ਸ਼ਕਤੀਆਂ ਇਕੱਠੀਆਂ ਕੀਤੀਆਂ। ਮਹਾਰਾਜ ਨੇ ਚਾਰੇ ਗਿਣੀਆਂ ਨੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਭਾਵੇਂ ਸੋਨੇ ਦੇ ਮੰਦਰ ਹੋਣ, ਪਰ ਮਹਾਰਾਜ ਕਹਿੰਦੇ ਮਤ ਮੈਨੇ ਕਿਤੇ ਇਹਨਾਂ ਨੂੰ ਵੇਖ ਕੇ, ਮਤ ਦੇਖ ਭੁੱਲਾਂ ਇਹਨਾਂ ਨੂੰ ਵੇਖ ਕੇ ਕਿਤੇ ਮੈਨੂੰ ਨਿਤਨੇਮ ਨਾ ਭੁੱਲ ਜਾਏ। ਸੋਹਣੇ ਮਕਾਨ ਨੂੰ ਵੇਖ ਕੇ, ਮਕਾਨ ਮਾੜਾ ਨਹੀਂ, ਨਿਤਨੇਮ ਭੁੱਲਣਾ ਮਾੜਾ ਹੈ। ਮਾਇਆ ਮਾੜੀ ਨਹੀਂ, ਮਾਇਆ ਨੂੰ ਵੇਖ ਕੇ ਗੁਰੂ ਨੂੰ ਭੁੱਲਣਾ ਮਾੜਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਬਾਣੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੜ੍ਹੋ, ਜਿਹਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਣ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਇੱਥੇ ਹੁਣ ਇਹ ਕਿਹਾ, ਇਹ ਨਹੀਂ ਕਿਹਾ ਵੀ ਮਾਇਆ ਤਜੀ, ਧਿਆਨ ਨਾਲ ਸੁਣਨਾ, ਜੇ ਮਾਇਆ ਇੱਥੇ ਵਿਸ਼ਰਾਮ ਹੈ, ਮਮਤਾ ਤਜੀ, ਜਿਨਨੇ ਮਾਇਆ ਦੀ ਮਮਤਾ ਛੱਡ ਦਿੱਤੀ ਹੈ, ਜਿਨਨੇ ਮਾਇਆ ਦੇ ਨਾਲ ਅਟੈਚਮੈਂਟ ਛੱਡ ਦਿੱਤੀ ਹੈ, ਉਹਦੇ ਅੰਦਰ ਨਾਮ ਦਾ ਨਿਵਾਸ ਹੈ। ਇਹ ਨਹੀਂ ਕਿ ਮੈਂ ਜੇਬ ਵਿੱਚ ਪੈਸੇ ਨਹੀਂ ਪਾਉਂਦਾ ਤੇ ਮੈਂ ਮਾਇਆ ਨੂੰ ਛੱਡ ਦਿੱਤਾ ਜੀ, ਮੈਂ ਤੇ ਲੈਂਦਾ ਨਹੀਂ, ਚੇਲਿਆਂ ਨੂੰ ਫੜਾ ਦਿਓ, ਇਹ ਨਹੀਂ ਗੱਲ। ਮਾਇਆ ਕੋਲ ਹੈ, ਗੁਰੂ ਸਾਹਿਬ ਨੇ ਮਾਇਆ ਰੱਖੀ ਹੈ। ਔਰ ਇਹ ਵੀ ਗੱਲ ਸਾਡੇ ਦਿਮਾਗ ਦੇ ਵਿੱਚ ਪਾਈ ਗਈ ਕਿ ਮਾਇਆ ਬੜੀ ਮਾੜੀ ਚੀਜ਼ ਹੈ, ਨਹੀਂ। ਸਗੋਂ ਜਿੰਨਾ ਜਿਸ ਬੰਦੇ ਕੋਲ ਧਰਮ ਜ਼ਿਆਦਾ ਹੋਵੇ, ਓਨੀ ਉਹਦੇ ਕੋਲ ਮਾਇਆ ਜ਼ਿਆਦੀ ਹੋਣੀ ਚਾਹੀਦੀ ਹੈ। ਕਿਉਂਕਿ ਜਿੰਨੀ ਮਾਇਆ ਜ਼ਿਆਦੀ ਹੋਵੇਗੀ, ਓਨਾ ਉਹ ਸੰਸਾਰ ਦੇ ਪੱਧਰ ਤੇ, ਹਰ ਇੱਕ ਪੱਧਰ ਤੇ ਸ਼ਕਤੀਸ਼ਾਲੀ ਹੋਵੇਗਾ, ਤੇ ਓਨਾ ਉਹ ਮਾਇਆ ਦੀ ਠੀਕ ਵਰਤੋਂ ਕਰੇਗਾ। ਤੇ ਜੇ ਸਾਧ ਸੰਗਤ ਜੀ ਮਨਮੁਖ ਕੋਲ ਮਾਇਆ ਚਲੀ ਗਈ, ਉਹਨੇ ਤੇ ਕਲੱਬਾਂ ਦੇ ਵਿੱਚ ਨੱਚ ਟੱਪ ਕੇ ਸ਼ਰਾਬਾਂ ਵਿੱਚ ਹੀ ਗਵਾ ਦੇਣੀ ਹੈ। ਜੇ ਨਾਮ ਵਾਲੇ ਕੋਲ ਮਾਇਆ ਆਵੇਗੀ ਤੇ ਮਾਇਆ ਗਰੀਬ ਦੇ ਉੱਤੇ ਵਰਤੋਂ ਕਰੇਗਾ, ਸਮਾਜ ਨੂੰ ਉੱਚਾ ਚੁੱਕੇਗਾ। ਖੈਰ, ਸਮੇਂ ਵਿੱਚ ਰਹੀਏ। ਅੱਜ ਭਾਈ ਮਰਦਾਨਾ ਜੀ ਦਾ ਵੀ ਜੀਵਨ ਹੈ, ਉਹਨਾਂ ਦਾ ਵੀ ਕੁਝ ਬਚਨ ਕਹਿਣੇ ਨੇ ਆਪ ਨਾਲ। ਪਹਿਲਾਂ ਥੋੜਾ ਜਿਹਾ ਸ਼ਬਦ ਪੂਰਾ ਕਰ ਦਈਏ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨ ਆਵੈ ਨਾਉ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ ਰਹਾਓ। ਇਹ ਪਹਿਲਾ ਬੰਦ ਹੈ। ਫਿਰ ਕਹਿੰਦੇ ਅਗਲੇ ਵਿੱਚ ਬਚਨ ਕਰਦੇ ਨੇ ਕਿ ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਜੇ ਘਰ ਦੇ ਵਿੱਚ ਸੁੰਦਰ ਇਸਤਰੀ ਹੈ, ਸੁੰਦਰ ਪੁਰਸ਼ ਹੈ, ਉਹਦੇ ਵਿੱਚ ਵੀ ਮਹਾਰਾਜ ਨੇ ਮੁਖ ਦੀ ਗੱਲ ਕਰਾਂ ਇਹ ਕਿਹਾ ਹੈ, ਇਹ ਕਿਤੇ ਭੁੱਲ ਨਾ ਜਾਏ। ਫਿਰ ਇਸ ਤੋਂ ਅੱਗੇ ਕਹਿੰਦੇ ਨੇ, ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਜੇ ਨਾਮ ਨਹੀਂ ਤੇ ਕੱਲੀ ਹਵਾ ਹੈ, ਕਿ ਜੋ ਕੁਝ ਮੈਂ ਕੀਤਾ ਉਸੇ ਤਰ੍ਹਾਂ ਹੀ ਹੋ ਜਾਣਾ, ਮੈਨੂੰ ਕੋਈ ਰੋਕਣ ਵਾਲੇ ਨਹੀਂ। ਮਹਾਰਾਜ ਕਹਿੰਦੇ ਐਵੇਂ ਹਵਾ ਵਾਂਗੂ ਜ਼ਿੰਦਗੀ ਗਵਾ ਗਿਆ, ਤੇਰੇ ਪੱਲੇ ਕੁਝ ਨਹੀਂ ਪਿਆ। ਇਹਦੇ ਤੋਂ ਅੱਗੇ ਸਿੱਧਾਂ ਦਾ ਜ਼ਿਕਰ ਕਰਦੇ ਨੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਕਿਤੇ ਥੋੜੀਆਂ ਜੀਆਂ ਸ਼ਕਤੀਆਂ, ਕਿਉਂਕਿ ਸ਼ਕਤੀਆਂ ਤੇ ਹੁੰਦੀਆਂ ਨੇ ਨਾ, ਨਾਮ ਦੇ ਵਿੱਚ ਵੀ ਸ਼ਕਤੀ ਹੈ, ਪਰ ਸ਼ਕਤੀ ਦੀ ਵਰਤੋਂ ਸਹਿਜ ਸੁਭਾਏ ਹੋਵੇ ਤੇ ਕੋਈ ਹਰਜ ਨਹੀਂ ਗੁਰਮਤਿ ਦੇ ਵਿੱਚ। ਜਦੋਂ ਸ਼ਕਤੀਆਂ ਵਿਖਾ ਕੇ ਬੰਦਾ ਆਪਣੀ ਪੂਜਾ ਕਰਾਉਣੀ ਚਾਹੁੰਦਾ ਤੇ ਉਦੋਂ ਰੁਕਾਵਟ ਆਉਂਦੀ ਜੀਵਨ ਦੇ ਵਿੱਚ। ਸੋ ਇਹ ਅਗਨੀ ਦੀ ਗੱਲ ਕੀਤੀ ਹੈ ਕਿ ਜਿੰਦ ਵਾਰ-ਵਾਰ ਤਪਦੀ ਹੈ। ਥੋੜਾ ਜਿਹਾ ਇਹਦੇ ਉੱਤੇ ਹੋਰ ਵਿਚਾਰ ਕਰਾਂਗੇ। ਗੁਰਬਾਣੀ ਦੇ ਵਿੱਚ ਦੋ ਸ਼ਬਦ ਆਏ ਨੇ ਸੂਹੀ ਰਾਗ ਦੇ ਵਿੱਚ। ਇੱਕ ਥਾਂ ਤੇ ਭਗਤ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਕਦੋਂ ਇਹ ਹਾਲਾਤ ਆਉਂਦੀ? ਜਦੋਂ ਬੰਦਾ ਆਪਣੇ ਆਪੇ ਤੇ ਕੰਟਰੋਲ ਨਹੀਂ ਕਰ ਸਕਦਾ। ਜਦੋਂ ਵੇਲਾ ਸੀ ਉਦੋਂ ਸੰਗਤ ਨਹੀਂ ਕੀਤੀ, ਉਦੋਂ ਤੂੰ ਬੇੜਾ ਬੰਧ ਨਹੀਂ ਸਕਿਆ। ਜਦੋਂ ਅਜੇ ਹੜ੍ਹ ਨਹੀਂ ਸੀ ਆਇਆ ਉਦੋਂ ਤੂੰ ਉਪਰਾਲਾ ਨਹੀਂ ਕੀਤਾ। ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਤੇ ਜਿੱਦਣ ਸਮੁੰਦਰ ਵਿੱਚ ਹੜ੍ਹ ਆ ਗਿਆ ਉਦਣ ਫਿਰ ਤਰਨਾ ਔਖਾ ਹੋ ਜਾਂਦਾ। ਭਾਵ ਜਵਾਨੀ ਦੇ ਵੇਲੇ ਜਦੋਂ ਵਿਕਾਰ ਹੜ੍ਹਾਂ ਵਾਂਗੂ ਬੰਦੇ ਨੂੰ ਢਾਹ ਜਾਂਦੇ ਨੇ, ਪਰਤ ਕੇ ਖੜੇ ਹੋਣਾ ਔਖਾ ਹੋ ਜਾਂਦਾ। ਫਿਰ ਬੰਦਾ ਉਹਦੇ ਥੱਲੇ ਨੱਪਿਆ ਜਾਂਦਾ, ਵਿਵੇਕ ਬੁੱਧ ਮਾਰੀ ਜਾਂਦੀ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਇੱਥੇ ਫਰੀਦ ਜੀ ਨੇ ਇੱਕ ਬਚਨ ਕਿਹਾ, ਹੱਥ ਨਾ ਲਾਏ ਕਸੁੰਭੜੈ ਜਲ ਜਾਸੀ ਢੋਲਾ। ਹੱਥ ਨਾ ਲਾਏ ਕਸੁੰਭੜੈ। ਹੁਣ ਕਸੁੰਭੇ ਦਾ ਇੱਕ ਫੁੱਲ ਹੁੰਦਾ ਹੈ, ਕਿਸੇ ਭਾਸ਼ਾ ਵਿੱਚ ਅੱਗ ਨੂੰ ਵੀ ਕਸੁੰਭਾ ਕਹਿੰਦੇ ਨੇ। ਇੱਥੇ ਬਾਬਾ ਫਰੀਦ ਜੀ ਨੇ ਫੁੱਲ ਵਾਸਤੇ ਨਹੀਂ ਸ਼ਬਦ ਵਰਤਿਆ, ਮਾਇਆ ਵਾਸਤੇ ਵਰਤਿਆ।
ਕਿਉਂਕਿ ਜਿਹੜਾ ਕਸੁੰਬੇ ਦਾ ਫੁੱਲ ਹੈ ਉਹਦਾ ਰੰਗ ਜਲਦੀ ਲੈ ਜਾਂਦਾ ਹੈ, ਇਸੇ ਤਰ੍ਹਾਂ ਮਾਇਆ ਦਾ ਵੀ ਰੰਗ ਬਹੁਤ ਜਲਦੀ ਲੈ ਜਾਂਦਾ ਹੈ। ਕਿਸੇ ਬੋਲੀ ਵਿੱਚ ਕਸੁੰਬੇ ਨੂੰ ਮਾਇਆ ਦੇ ਨਾਲ ਸੰਬੋਧਿਤ ਕੀਤਾ ਗਿਆ। ਇਸ ਕਰਕੇ ਕਹਿੰਦੇ ਤੂੰ ਇਹਨੂੰ ਹੱਥ ਨਾ ਲਾਈ, ਅੱਗ ਨੂੰ ਹੱਥ ਨਾ ਲਾਈ। ਫਿਰ ਮਹਾਰਾਜ ਦਾ ਕੀ ਕਰੀਏ? ਕਹਿੰਦੇ ਹੱਥ ਸੇਕ ਲੈ, ਲਾਈ ਨਾ। ਹੁਣ ਠੰਡ ਆ ਗਈ ਨਾ, ਪਿੰਡਾਂ ਦੇ ਵਿੱਚ ਧੂਣੀਆਂ ਲਾ ਕੇ ਬਹਿੰਦੇ ਨਾ ਬਾਹਰ, ਕਿਵੇਂ ਸੇਕਦੇ ਨੇ? ਅੱਗ ਬਾਲ ਕੇ ਉਹਦੇ ਥੋੜ੍ਹੀ ਦੂਰੀ ਤੇ ਹੱਥ ਰੱਖਦੇ ਨੇ, ਫਿਰ ਉਹ ਸੁੱਖ ਦਿੰਦੀ ਏ। ਤੇ ਜੇ ਕਿਤੇ ਭੁਲੇਖੇ ਨਾਲ ਭਾਂਬੜ ਫੜ ਲਿਆ ਤੇ ਫਿਰ ਜੋ ਕੁਝ ਕਰੇਗੀ ਉਹਦੇ ਬਾਰੇ ਦੱਸਣ ਦੀ ਜ਼ਰੂਰਤ ਹੀ ਕੋਈ ਨਹੀਂ, ਪੱਟੀਆਂ ਵੱਜਣੀਆਂ ਨੇ। ਫਿਰ ਪਦਾਰਥ ਹੈ ਜਿਹੜਾ ਮਾਇਆ ਜਿਹੜੀ ਹੈ, ਗੁਰੂ ਸਾਹਿਬ ਨੇ ਕਿਹਾ ਵੀ ਇਹਦੀ ਵਰਤੋਂ ਜ਼ਰੂਰ ਕਰ, ਪਰ ਸੁਰਤੀ ਦੀ ਦੂਰੀ ਰੱਖ ਕੇ ਕਰੀ। ਜੇ ਇਹਦੇ ਵਿੱਚ ਮਨ ਡੋਬ ਦਿੱਤਾ ਤੂੰ, ਜੇ ਚਿਤਵਣੀ ਲਾ ਦਿੱਤੀ ਇਹਦੇ ਵਿੱਚ, ਪੜ੍ਹਿਆ ਜਪਜੀ ਸਾਹਿਬ ਤੇ ਸੋਚਿਆ ਨੋਟਾਂ ਬਾਰੇ, ਪੜ੍ਹਿਆ ਜਪਜੀ ਸਾਹਿਬ ਤੇ ਸੋਚਿਆ। ਆ ਇੱਕ ਸਿੰਘ ਕਹਿੰਦਾ ਅੱਗੇ ਪਾਠ ਵਾਹਵਾ ਮਨ ਲੱਗਦਾ ਸੀ, ਅੱਜ ਜਦੋਂ ਦੇ ਨੋਟ ਕੈਂਸਲ ਕਰਨ ਲੱਗ ਪਏ ਨੇ, ਪਾਠ ਕਰਨ ਲੱਗਾ ਵੀ ਇਹ ਧਿਆਨ ਰਹਿੰਦਾ ਕਿਤੇ 2000 ਵਾਲਾ ਉਹਨਾਂ ਰਾਤੋਂ ਰਾਤ ਬੰਦ ਕਰ ਦੇਣ। ਹੁਣ ਇਹ ਚੱਕਰ ਕੀ ਹੈ? ਅੰਦਰ ਚਿਤਵਣ ਤੇ ਉੱਥੇ ਫਸਿਆ ਹੋਇਆ ਨਾ, ਜਿਹੜੀ ਡੂੰਘੀ ਚੀਜ਼ ਹੈ ਨਾ ਮਨ ਦੀ, ਉਹ ਤਾਂ ਉੱਥੇ ਫਸੀ ਪਈ ਹੈ। ਇਸ ਕਰਕੇ ਇਸ ਅੱਗ ਦੇ ਨਾਲ ਰਹਿਣਾ ਬੜਾ ਔਖਾ ਹੈ। ਕਹਿਣਾ ਸੌਖਾ ਹੈ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਹੈ, ਪਰ ਸਾਧ ਸੰਗਤ ਜੀ ਅੱਗ ਨੂੰ ਘਰ ਵਿੱਚ ਰੱਖਣਾ ਸੌਖਾ ਨਹੀਂ ਜੇ। ਬਿਜਲੀ ਦੇ ਕੋਲ ਰਹਿਣਾ ਸੌਖਾ ਨਹੀਂ ਜੇ। ਬੜੀ ਸਾਵਧਾਨੀ ਤੇ ਉੱਤੇ ਉਸਤਾਦ ਗੁਰੂ ਹੋਣਾ ਚਾਹੀਦਾ, ਤਾਂ ਪਾਰ ਹੁੰਦਾ। ਬਾਬਾ ਫਰੀਦ ਜੀ ਨੇ ਇਹ ਕਿਹਾ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਸਹੂਲਤ ਦਿੱਤੀ। ਉਹ ਕਹਿੰਦੇ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ। ਜਪ ਤਪ ਕਰ ਗੁਰੂ ਕੇ ਸਿੰਘਾ, ਨਾਮ ਜਪ ਬਾਣੀ ਪੜ, ਇਹ ਔਖਾ ਸਮੁੰਦਰ ਵੀ ਤੂੰ ਲੰਘ ਜਾਏਗਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ। ਭਰ ਸਰਵਰ ਜਬ ਉਛਲੈ, ਉਸ ਥਾਂ ਤੇ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਾਧ ਰੰਗ ਟੋਲਾ। ਸੋ ਇਹ ਬਚਨ ਸਨ ਜਿਹੜੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਚਾਰਨ ਕੀਤੇ ਨੇ। ਇੱਥੇ ਮਹਾਰਾਜ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ। ਉਸ ਤ੍ਰਿਸ਼ਨਾ ਤੇ ਵਿਕਾਰਾਂ ਦੇ ਵਿੱਚ ਜ਼ਿੰਦਗੀ ਵਾਰ-ਵਾਰ ਤਪਦੀ ਹੈ। ਤਪ ਤਪ ਖਪੈ ਬਹੁਤ ਬੇਕਾਰ। ਇੰਨੀ ਤਪ ਤਪ ਕੇ ਫਿਰ ਖਪੀ ਜਾਂਦੀ ਹੈ ਜ਼ਿੰਦਗੀ, ਸਾਰੀ ਖਰਾਬ ਹੋ ਜਾਂਦੀ ਹੈ। ਵਿਕਾਰਾਂ ਦੇ ਵਿੱਚ, ਹੰਕਾਰ ਦੇ ਵਿੱਚ, ਬੋਲਾਂ ਕਬੋਲਾਂ ਦੇ ਵਿੱਚ ਖਪੀ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ। ਇਹ ਹਾਲਾਤ ਕਦੋਂ ਬਣਦੀ? ਜਦੋਂ ਬਾਣੀ ਅਕਾਲ ਪੁਰਖ ਦੀ ਉਸਤਤ ਕਰਨੀ ਮਨੁੱਖ ਭੁੱਲ ਜਾਂਦਾ ਹੈ। ਜਿਹੜਾ ਉਹਦੀ ਬੜੀ ਜ਼ਰੂਰਤ ਹੈ ਜਿਸ ਚੀਜ਼ ਦੀ, ਉਹਦੀ ਉਸਤਤ ਕਰਨੀ ਭੁੱਲ ਜਾਂਦਾ ਹੈ। ਬਾਣੀ ਨੂੰ ਸਿੱਖ ਭੁੱਲ ਜਾਂਦਾ ਹੈ। ਬਾਣੀ ਦਾ ਜਾਪ ਵੀ ਨਹੀਂ ਕਰਦਾ, ਨਿਤਨੇਮ ਵੀ ਨਹੀਂ ਕਰਦਾ, ਤੇ ਬਾਣੀ ਦੇ ਅਨੁਸਾਰ ਵੀ ਨਹੀਂ ਚੱਲਦਾ, ਕਿਸੇ ਪਾਸੇ ਵੀ ਨਹੀਂ ਤੁਰਦਾ। ਇਸ ਕਰਕੇ ਰਸਤੇ ਵਿੱਚ ਭੁੱਲ ਜਾਂਦਾ ਹੈ। ਜਿਸ ਸਰੀਰ ਨੂੰ ਮਹਾਰਾਜ ਕਹਿੰਦੇ ਬਾਣੀ ਭੁੱਲ ਜਾਂਦੀ ਹੈ, ਜਿਉ ਪੱਕਾ ਰੋਗੀ ਵਿਲ ਲਾਏ। ਉਹਦੀ ਹਾਲਤ ਫਿਰ ਪੱਕੇ ਰੋਗੀ ਯਾਨੀ ਕਿ ਕੋੜੀ ਕੋੜ ਦੇ ਰੋਗੀ ਵਰਗੀ ਬਣ ਜਾਂਦੀ ਹੈ। ਐਸੀ ਹਾਲਤ ਦਾ ਸ਼ਿਕਾਰ ਬਣ ਜਾਂਦਾ ਹੈ। ਬਹੁਤਾ ਬੋਲਣ ਝਖਣ ਹੋਏ। ਫਿਰ ਜਿਹੜੇ ਕਰਮ ਕੀਤੇ ਸਨ, ਕਹਿੰਦੇ ਨੇ ਕਰਮ ਜਿਹੜਾ ਭੱਜਦਾ ਨਹੀਂ, ਆਪਣਾ ਕੁਝ ਨਾ ਕੁਝ ਹਿੱਸਾ ਦੇ ਕੇ ਜਾਂਦਾ। ਭਾਵੇਂ ਕਿੰਨੇ ਉਪਰਾਲੇ ਕਰ ਲਈਏ, ਭਾਵੇਂ ਕਿੰਨਾ ਬੋਲੀਏ, ਕਰਮ ਮਹਾਰਾਜ ਕਹਿੰਦੇ ਵੇਖ ਕੇ ਕਰ। ਜੇ ਮੇਰੇ ਕੋਲ ਆਏਗਾ ਵੀ ਮੈਂ ਤੇਰੇ ਕਰਮ ਕੱਟਣੇ ਹਨ, ਪਰ ਕੁਝ ਨਾ ਕੁਝ ਹਿੱਸਾ ਤੈਨੂੰ ਭੁਗਤਣਾ ਪੈਣਾ ਵਿੱਚ। ਗੁਰੂ ਦੇ ਸ਼ਰਣੀ ਆਇਆ ਕਰਮ ਕੱਟੇ ਜਾਂਦੇ ਨੇ, ਪਰ ਉਹਦੀ ਕੁਝ ਨਾ ਕੁਝ ਨਸੀਹਤ ਜ਼ਰੂਰ ਮਿਲਦੀ ਕੁਦਰਤ ਵੱਲੋਂ, ਅਕਾਲ ਪੁਰਖ ਵੱਲੋਂ। ਇਸ ਕਰਕੇ ਬਹੁਤੀਆਂ ਜ਼ਿਆਦਾ ਬੋਲਣਾ ਵੀ ਮੇਰੇ ਨਾਲ ਰੱਬ ਨੇ ਇਹ ਕਰ ਦਿੱਤਾ, ਮੈਂ ਤੇ ਬਿਲਕੁਲ ਠੀਕ ਹਾਂ, ਮੈਂ ਤੇ ਕਿਸੇ ਨਾਲ ਮਾੜਾ ਕੀਤਾ ਹੀ ਨਹੀਂ, ਉਹਦਾ ਕੋਈ ਨਾ ਕੋਈ ਹਿੱਸਾ ਆਪਣੇ ਜੀਵਨ ਦੇ ਨਾਲ ਸੰਬੰਧਿਤ ਹੁੰਦਾ ਹੈ। ਇਸ ਕਰਕੇ ਬਹੁਤਾ ਬੋਲਣਾ ਵੀ ਝੱਖਣ ਦੇ ਬਰਾਬਰ ਹੈ। ਵਿਣ ਬੋਲੇ ਜਾਣੈ ਸਭ ਸੋਏ। ਕਿਉਂਕਿ ਅਕਾਲ ਪੁਰਖ ਅੰਤਰਜਾਮੀ ਬਿਨਾਂ ਬੋਲਣ ਤੋਂ ਸਭ ਕੁਝ ਜਾਣਦੇ ਹਨ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਨ, ਜਿਨ ਕੰਨ ਕੀਤੇ ਅੱਖੀ ਨਾਕ। ਜਿਸ ਅਕਾਲ ਪੁਰਖ ਨੇ ਕੰਨ ਤੇ ਅੱਖਾਂ ਤੇ ਨੱਕ
ਇਹ ਬਣਾਏ ਸਨ, ਦਾਤਾਂ ਦਿੱਤੀਆਂ ਸਨ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਤੇ ਜਿਨੇ ਸੁੰਦਰ ਜੀਭਾ ਦਿੱਤੀ ਸੀ ਨਾਮ ਜਪਣ ਵਾਸਤੇ, ਜਿਹੜੀ ਹੁਣ ਇਹ ਅੱਖਾਂ, ਕੰਨ ਤੇ ਨੱਕ ਤੇ ਜ਼ੁਬਾਨ, ਇਹ ਤਾਤ ਤੱਤੀਆਂ ਬੋਲਦੀਆਂ ਨੇ। ਜ਼ੁਬਾਨ ਤੱਤੀ ਬੋਲਦੀ ਏ, ਨਿੰਦਿਆ ਕਰਦੀ ਏ। ਕੰਨ ਜਿਹੜੀ ਦੂਜੇ ਦੀ ਨਿੰਦਿਆ ਸੁਣਦੇ ਨੇ। ਅੱਖਾਂ ਜਿਹੜੀਆਂ ਦੂਜੇ ਦਾ ਰੂਪ ਵੇਖਦੀਆਂ ਹਨ। ਤੇ ਜਿਹੜਾ ਸਾਧ ਸੰਗਤ ਜੀ ਨੱਕ ਹੈ, ਨੱਕ ਰੱਖਣ ਵਾਸਤੇ ਬੰਦਾ, ਅੱਜ ਕੱਲ੍ਹ ਅਸੀਂ ਕੀ ਕਰ ਰਹੇ ਹਾਂ ਵਿਆਹਾਂ ਦੇ ਵਿੱਚ, ਨੱਕ ਰੱਖਣ ਵਾਸਤੇ ਵੀ ਫਲਾਣੇ ਨੇ ਇੰਨਾ ਲਾਇਆ, ਮੈਂ ਵੀ ਇੰਨਾ ਹੀ ਲਾਉਣਾ ਹੈ। ਨੱਕ ਰੱਖਣ ਵਾਸਤੇ ਜ਼ਮੀਨਾਂ ਗਹਿਣੇ ਪਈਆਂ, ਜ਼ਮੀਨਾਂ ਵਿਕੀਆਂ। ਫਿਰ ਕਿੱਥੋਂ ਤੱਕ ਗੱਲ ਗਈ, ਤੁਸੀਂ ਸਾਰੇ ਪੰਜਾਬ ਦੀ ਹਾਲਤ ਜਾਣਦੇ ਹੋ। ਠੀਕ ਹੈ, ਪੰਜਾਬ ਦੇ ਉੱਤੇ ਸਰਕਾਰਾਂ ਨੇ ਕਿਸਾਨਾਂ ਤੇ ਧੱਕਾ ਕੀਤਾ, ਇਹ ਇੱਕ ਬੜਾ ਦੁਖਦਾਈ ਸਮਾਂ ਹੈ, ਇਹ ਬਿਲਕੁਲ ਸੱਚਾਈ ਹੈ। ਪਰ ਅਸੀਂ ਆਪ ਵੀ ਆਪਣੇ ਨਾਲ ਆਪ ਵੀ ਬਹੁਤ ਧੱਕਾ ਕੀਤਾ ਹੈ। ਵੇਖਾ ਵੇਖੀ ਅਸੀਂ ਨੱਕ ਰੱਖਣ ਵਾਸਤੇ ਵੀ ਬਹੁਤ ਕੁਝ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਦਿੱਤੀਆਂ, ਅਕਾਲ ਪੁਰਖ ਨੇ ਦਿੱਤੀਆਂ ਸਨ। ਅੱਖਾਂ ਨਾਲ ਅਕਾਲ ਪੁਰਖ ਦੇ ਦਰਸ਼ਨ ਕਰਨੇ, ਕੰਨਾਂ ਨਾਲ ਉਹਦੀ ਸਿਫਤ ਸੁਣਨੀ, ਤੇ ਨੱਕ ਉਹਦੇ ਕੋਲੋਂ ਇੱਜ਼ਤ ਪ੍ਰਾਪਤ ਕਰਨੀ, ਤੇ ਨਾਲ ਕਹਿੰਦੇ ਜ਼ੁਬਾਨ ਦੇ ਨਾਲ ਸੁੰਦਰ ਬਚਨ ਉਚਾਰਨ ਕਰਨੇ ਬਾਣੀ ਦੇ। ਜਿਨ ਮਨ ਰਾਖਿਆ ਅਗਨੀ ਪਾਏ। ਜਿਨੇ ਇਹ ਮਨ ਬਣਾਇਆ ਸੀ ਤੇ ਮਨ ਦੇ ਵਿੱਚ ਅਗਨੀ ਪੈਦਾ ਕੀਤੀ ਸੀ। ਮਨ ਅਗਨੀ ਨਾਲ ਚੱਲਦਾ। ਅਗਨੀ ਕਿਹੜੀ ਹੈ? ਤ੍ਰਿਸ਼ਨਾ ਦੀ। ਜਿੰਨਾ ਚਿਰ ਅੱਗ ਹੋਵੇਗੀ ਉਹਨਾਂ ਚਿਰ ਮਨ ਨੇ ਚੱਲਣਾ ਹੈ। ਜਦ ਇਹ ਅਗਨੀ ਵੀ ਉਹਨੇ ਪਾਈ ਸੀ ਤਾਂ ਕਿ ਸੰਸਾਰ ਦੇ ਕਾਰ ਵਿਹਾਰ ਕਰ ਸਕੇ। ਵਾਜੈ ਪਾਵਨ ਆਖੈ ਸਭ ਜਾਏ। ਇਹ ਸਾਰੇ ਜਿੰਨੇ ਗਿਆਨ ਇੰਦਰੇ, ਕਰਮ ਇੰਦਰੇ ਹਨ, ਇਹ ਪਵਨ ਵਾਂਗੂ ਉੱਡਦੇ ਹਨ, ਹਵਾ ਵਾਂਗੂ ਉੱਡ ਰਹੇ ਹਨ। ਤੇ ਸਾਰੇ ਆਪਣੋ ਆਪਣੇ ਥਾਵਾਂ ਤੇ ਜਾਏ, ਸਾਰੇ ਆਪੋ ਆਪਣੀਆਂ ਥਾਵਾਂ ਤੇ ਭਟਕ ਰਹੇ ਹਨ, ਘੁੰਮ ਰਹੇ ਹਨ। ਜੇਤਾ ਮੋਹ ਪ੍ਰੀਤ ਸੁਆਦ। ਹੁਣ ਮਹਾਰਾਜ ਕਹਿੰਦੇ ਸਵਾਦ ਬਹੁਤ ਜ਼ਿਆਦਾ ਹੈ। ਜਿੰਨਾ ਮੋਹ ਹੈ, ਜਿੰਨੀ ਪ੍ਰੀਤ ਤੇ ਸਵਾਦ ਹੈ। ਵੈਸੇ ਸਵਾਦ ਰਸ ਨੂੰ ਹਰ ਇੱਕ ਬੰਦਾ ਚਾਹੁੰਦਾ ਹੈ। ਸਰੀਰ ਦੀ ਸਹੂਲਤ ਨੂੰ, ਸੁੱਖ ਹਰ ਇੱਕ ਮਨੁੱਖ ਚਾਹੁੰਦਾ ਹੈ। ਇੱਥੇ ਰੁਕ ਕੇ ਆਪਾਂ ਥੋੜ੍ਹੇ ਜਿਹੇ ਉਸ ਮਹਾਂਪੁਰਸ਼ ਨੂੰ ਯਾਦ ਕਰੀਏ ਜਿਨ੍ਹਾਂ ਦਾ ਅੱਜ ਅਕਾਲ ਚਲਾਣਾ ਹੈ, ਭਾਈ ਮਰਦਾਨਾ ਸਾਹਿਬ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੂਰੀ ਅੱਧੀ ਸਦੀ 50 ਸਾਲ ਗੁਰੂ ਨਾਨਕ ਸਾਹਿਬ ਦਾ ਸੰਗ ਮਾਣਿਆ ਹੈ। ਕੋਈ ਛੋਟੀ ਹਸਤੀ ਨਹੀਂ ਭਾਈ ਮਰਦਾਨਾ ਸਾਹਿਬ ਜੀ, ਬੜੀ ਮਹਾਨ ਹਸਤੀ। ਕੱਲੇ ਕੀਰਤਨੀਏ ਨਹੀਂ, ਕੱਲੇ ਰਬਾਬੀ ਨਹੀਂ, ਬੜੇ ਵੱਡੇ ਫਿਲਾਸਫਰ ਵੀ ਨੇ। ਗੁਰੂ ਸਾਹਿਬ ਜਦੋਂ ਵਜਦ ਵਿੱਚ ਆਉਂਦੇ ਨੇ ਤੇ ਉਸ ਵੇਲੇ ਆ ਕੇ ਕਹਿੰਦੇ ਨੇ, ਜਦੋਂ ਛੋਟਿਆਂ ਹੁੰਦਿਆਂ, ਕਿਉਂਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਤੋਂ 10 ਸਾਲ ਵੱਡੇ ਸੀ, 10 ਸਾਲ ਉਹਨਾਂ ਦੀ ਉਮਰ ਵੱਡੀ ਸੀ। ਕਹਿੰਦੇ ਨੇ ਛੋਟਿਆਂ ਹੁੰਦਿਆਂ ਹੀ ਭਾਈ ਮਰਦਾਨਾ ਜੀ ਕਈ ਵਾਰੀ, ਜਦੋਂ ਗੁਰੂ ਨਾਨਕ ਸਾਹਿਬ ਜੀ ਅਜੇ 5 ਸਾਲ ਦੇ ਸਨ ਤੇ ਭਾਈ ਮਰਦਾਨਾ ਜੀ 15 ਸਾਲ ਦੇ ਸਨ, ਤੇ ਉਦੋਂ ਕਈ ਵਾਰੀ ਰਬਾਬ ਲੈ ਕੇ ਦਰਵਾਜ਼ੇ ਅੱਗੋਂ ਲੰਘਦੇ ਸਨ ਤੇ ਗੁਰੂ ਸਾਹਿਬ ਮੰਜੀ ਤੇ ਬੈਠੇ ਹੁੰਦੇ ਸੀ 5 ਸਾਲ ਦੇ, ਤੇ ਜਾਣ ਕੇ ਜਿਵੇਂ ਬੱਚੇ ਨੂੰ ਆਪਾਂ ਛੇੜਦੇ ਹਾਂ, ਭਾਈ ਮਰਦਾਨਾ ਰਬਾਬ ਵਜਾ ਜਾਂਦਾ ਸੀ ਬੂਹੇ ਦੇ ਅੱਗੇ ਥੋੜ੍ਹੀ ਜਿਹੀ, ਤੇ ਗੁਰੂ ਸਾਹਿਬ ਉਹਦੇ ਪਿੱਛੇ ਭੱਜ ਪੈਂਦੇ ਸੀ, ਉਹਨੇ ਦੌੜ ਜਾਣਾ। ਇਸ ਤਰ੍ਹਾਂ ਕਈ ਸਾਲ ਚੱਲਿਆ। ਹੌਲੀ ਹੌਲੀ ਮਿੱਤਰਤਾ ਵਧੀ, ਵੱਡੇ ਹੋਏ ਤੇ ਗੁਰੂ ਸਾਹਿਬ ਨੇ ਆਪਣਾ ਸੰਦੇਸ਼ ਦੇਣਾ ਸੀ। ਫਿਰ ਕਹਿੰਦੇ ਮਰਦਾਨਿਆਂ, ਰਬਾਬ ਤਾਂ ਤੂੰ ਭਲੀ ਵਜਾਏਂਦਾ ਹੈ, ਰਬਾਬ ਤੂੰ ਬੜੀ ਸੋਹਣੀ ਵਜਾਨਾ ਹੈ, ਪਰ ਵਿੱਚ ਸ਼ਬਦ ਪਾ ਕੇ ਗਾਏ ਤਾਂ ਤੇਰਾ ਦੀਨ ਦੁਲੀ ਵਿੱਚ ਭਲਾ ਕਰ ਦਈਏ। ਨਾਲ ਸ਼ਬਦ ਜੋੜਿਆ। ਰਬਾਬ ਉਹਦੇ ਕੋਲ ਹੈ ਸੀ। ਫਿਰ ਗੁਰੂ ਸਾਹਿਬ ਨੇ ਇੱਕ ਖਾਸ ਰਬਾਬ ਭਾਈ ਮਰਦਾਨਾ ਜੀ ਨੂੰ ਲੈ ਕੇ ਦਿੱਤੀ ਭਾਈ ਫਿਰੰਦੇ ਤੋਂ। ਭਾਈ ਫਿਰੰਦੇ ਤੋਂ ਰਬਾਬ ਲੈ ਕੇ ਆਏ, ਔਰ ਜਦੋਂ ਰਬਾਬ ਲੈ ਕੇ ਆਏ ਤੇ ਉਹ ਪੈਸੇ ਸੀ ਜਿਹੜੇ ਕੁਝ, ਉਹ ਬੇਬੇ ਨਾਨਕੀ ਜੀ ਤੋਂ ਲੈ ਕੇ ਗਏ ਸੀ ਸੁਲਤਾਨਪੁਰ ਸਾਹਿਬ ਦੇ ਵਿੱਚ। ਤੇ ਜਦੋਂ ਭਾਈ ਮਰਦਾਨਾ ਜੀ ਨੇ ਫਿਰੰਦੇ ਨੂੰ ਪੁੱਛਿਆ ਵੀ ਇਹਦੀ ਮਾਇਆ ਕਿੰਨੀ ਹੈ, ਇਹਦੀ ਭੇਟਾ ਕਿੰਨੀ ਹੈ ਇਸ ਰਬਾਬ ਦੀ, ਤੇ ਫਿਰੰਦਾ ਵੀ ਕੋਈ ਇਲਾਹੀ ਬੰਦਾ ਸੀ, ਕੋਈ ਰੱਬੀ ਫਕੀਰ ਸੀ। ਉਹਨੇ ਕਿਹਾ, ਮਰਦਾਨਿਆਂ, ਇਹ ਮਾਇਆ, ਇਹ ਜਿਹੜੀ ਰਬਾਬ ਹੈ ਅਮੁੱਲ ਹੈ, ਇਹਦਾ ਮੁੱਲ ਨਹੀਂ ਤੂੰ ਦੇ ਸਕਦਾ। ਕਹਿੰਦੇ ਨਹੀਂ, ਫਿਰ ਵੀ ਮੇਰੇ ਮਾਲਕ ਨੇ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮਾਇਆ ਦੇ ਕੇ ਆਵੀਂ।
ਫਿਰ ਫਰੰਦੇ ਨੇ ਇੱਕ ਵਜਨਦਾਰ ਗੱਲ ਕਹੀ, ਕਹਿੰਦੇ ਮਰਦਾਨਿਆਂ ਇਹਦੀ ਭੇਟਾ ਇੱਕੋ ਹੈ, ਇਸ ਰਬਾਬ ਨੂੰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਦੇ ਅੱਗੇ ਵਜਾਈ ਨਾ। ਉਹ ਕਹਿੰਦੇ ਇਹ ਤੇ ਬੜੀ ਵੱਡੀ ਭੇਟਾ ਹੈ, ਜੇ ਮੈਂ ਵਜਾਉਂਦਾ ਹੋਇਆ ਗੁਰੂ ਨਾਨਕ ਸਾਹਿਬ ਅੱਗੇ ਤੇ ਉੱਤੋਂ ਕੋਈ ਹੋਰ ਆ ਗਿਆ ਤੇ ਮੈਂ ਕੀ ਕਰਾਂਗਾ। ਕਹਿਣ ਲੱਗੇ ਇਹਦਾ ਇਹ ਅਰਥ ਨਹੀਂ, ਸੁਣ ਹੋਰ ਵੀ ਸਕਦੇ ਨੇ। ਮੇਰਾ ਮਤਲਬ ਹੈ ਜਿਹੜੀ ਤੂੰ ਪਿਰਤ ਪਾਉਣ ਲੱਗਾ ਹੈ, ਜਿਹੜੀ ਲਾਈਨ ਤੇਰੇ ਪਿੱਛੇ ਚੱਲਣੀ ਹੈ ਕੀਰਤਨੀਆਂ ਦੀ ਤੇ ਕਥਾਵਾਚਕਾਂ ਦੀ, ਇਹ ਉਹਨਾਂ ਸਾਰਿਆਂ ਵਾਸਤੇ ਇਸ ਰਾਹ ਦਾ ਮੁੱਲ ਹੈ ਕਿ ਗੁਰੂ ਨਾਨਕ ਦੇ ਸਿਧਾਂਤ ਤੋਂ ਬਿਨਾਂ ਕਿਸੇ ਦੀ ਖੁਸ਼ਾਮਦ ਨਾ ਕਰਿਆ ਜਾਏ। ਇਹ ਅਸੀਂ ਅੱਜ ਵੇਖਣਾ ਹੈ ਅਸੀਂ ਕਿਹੜੇ ਰਾਹ ਤੇ ਜਾ ਰਹੇ ਹਾਂ। ਕਿਤੇ ਅਸੀਂ ਖੁਸ਼ਾਮਦ ਵਿੱਚ ਤੇ ਨਹੀਂ ਫਸ ਗਏ, ਖੁਸ਼ਾਮਦਾਂ ਦੇ ਸ਼ਿਕਾਰ ਤੇ ਨਹੀਂ ਹੋ ਗਏ ਆਪਣੇ ਮਤਲਬ ਕੱਢਣ ਵਾਸਤੇ। ਕਈ ਕਹਿੰਦੇ ਅਸੀਂ ਖੁਸ਼ਾਮਦ ਨਹੀਂ ਕਰਦੇ, ਉਹ ਕਈਆਂ ਨੂੰ ਖੁਸ਼ਾਮਦ ਦਾ ਮੌਕਾ ਨਹੀਂ ਮਿਲਦਾ। ਮੈਂ ਤੇ ਵੀ ਵੇਖਿਆ ਜੇ ਕਈ ਬੰਦੇ ਬੜੇ ਕ੍ਰਾਂਤੀਕਾਰੀ ਮਿਲੇ, ਕਹਿੰਦੇ ਅਸੀਂ ਕ੍ਰਾਂਤੀਕਾਰੀ ਹਾਂ, ਅਸੀਂ ਨਹੀਂ ਖੁਸ਼ਾਮਦ ਕਰਦੇ ਕਿਸੇ ਦੀ। ਉਹ ਮੌਕਾ ਨਹੀਂ ਮਿਲਿਆ। ਜਿੱਦਣ ਮੌਕਾ ਮਿਲ ਗਿਆ ਉਹਨਾਂ ਨੇ ਅੱਤ ਦਰਜੇ ਦੀ ਖੁਸ਼ਾਮਦ ਕਰਨੀ ਹੈ। ਤੇ ਕੋਈ ਰੱਬੀ ਨਾਮ ਵਾਲਾ ਹੀ ਨਾ ਜਿਹੜਾ ਖੁਸ਼ਾਮਦ ਤੋਂ ਰਹਿਤ ਹੋ ਜਾਏ, ਕਿਸੇ ਦੇ ਅੱਗੇ ਵਜਾਈ ਨਾ। ਉਹ ਰਬਾਬ ਲੈ ਕੇ ਗੁਰੂ ਨਾਨਕ ਸਾਹਿਬ ਦੇ ਪਿੱਛੇ 50 ਸਾਲ ਤੱਕ ਉਸ ਸ਼ਬਦ ਸੋਹਲੇ ਦਾ ਪ੍ਰਚਾਰ ਕਰਦੇ ਰਹੇ। ਤੇ ਇਤਿਹਾਸ ਵਿੱਚ ਬੜੀਆਂ ਉਹਨਾਂ ਦੀਆਂ ਮਿੱਠੀਆਂ ਸਾਖੀਆਂ ਨੇ। ਨਾਰਾਜ਼ ਹੋ ਜਾਂਦੇ ਸਨ, ਤੁਰ ਤੁਰ ਕੇ ਪਰਿਵਾਰ ਤੋਂ ਦੂਰ ਰਹਿਣਾ, ਕਈ ਵਾਰੀ ਭੁੱਖਿਆਂ ਰਹਿਣਾ, ਸਫ਼ਰ ਲੰਬੇ, ਥਕੇਵਾਂ, ਦੇਸ਼ ਵਿਦੇਸ਼ ਦੂਰ ਦੇ ਲੋਕ, ਖਰਵੀ ਬੋਲੀਆਂ ਸੁਣਨੀਆਂ। ਇੱਕ ਵਾਰ ਦੀ ਘਟਨਾ ਬੜੀ ਸਵਾਦਲੀ ਆਪ ਜੀ ਨੇ ਸੁਣੀ ਕਈ ਵਾਰੀ। ਕਹਿੰਦੇ ਗੁਰੂ ਨਾਨਕ ਸਾਹਿਬ ਜਾ ਰਹੇ ਸਨ ਭਾਈ ਬਾਲਾ ਜੀ ਨਾਲ ਨੇ। ਭਾਈ ਮਰਦਾਨਾ ਪਿੱਛੇ ਥੱਕ ਗਿਆ, ਮਨ ਮੁਟਾਵ ਆ ਗਿਆ ਤੇ ਪਿੱਛੇ ਹੀ ਬੈਠ ਗਏ। ਭਾਈ ਬਾਲਾ ਜੀ ਤੇ ਗੁਰੂ ਸਾਹਿਬ ਅੱਗੇ ਜਾ ਰਹੇ ਨੇ, ਭਾਈ ਮਰਦਾਨਾ ਜੀ ਝਾੜੀ ਤੇ ਬੈਠ ਆਪਣੀ ਰਬਾਬ ਰੱਖੀ, ਉੱਥੇ ਬੈਠ ਗਏ। ਜਦੋਂ ਥੋੜੀ ਗਏ ਨਾ ਦੂਰ ਗਏ ਤੇ ਗੁਰੂ ਨਾਨਕ ਸਾਹਿਬ ਰੁਕ ਗਏ। ਪਿੱਛੇ ਵੇਖਿਆ ਮਰਦਾਨਾ ਰੁੱਸ ਕੇ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਠਾ। ਗੁਰੂ ਸਾਹਿਬ ਵਾਪਸ ਆਏ, ਕਹਿੰਦੇ ਭਾਈ ਬਾਲਾ ਇਹਨੂੰ ਮਨਾ ਕੇ ਲਿਆਈਏ। ਤੇ ਭਾਈ ਬਾਲਾ ਕਹਿੰਦਾ ਛੋਟੀ ਜੀ ਗੱਲ ਹੁੰਦੀ, ਮਹਾਰਾਜ ਰੁੱਸ ਕੇ ਬਹਿ ਜਾਂਦਾ, ਇਹਦੇ ਤੋਂ ਕੀ ਲੈਣਾ ਤੁਸੀਂ। ਕਹਿੰਦੇ ਨਹੀਂ, ਮਰਦਾਨੇ ਵਰਗਾ ਹੋਰ ਕੋਈ ਨਹੀਂ ਮੈਨੂੰ ਲੱਭਾ ਨਹੀਂ ਹੈ। ਉੱਥੇ ਜਾ ਕੇ ਆਵਾਜ਼ ਦਿੱਤੀ, ਅੱਗੋਂ ਬੋਲਦਾ ਨਹੀਂ। ਕਦੀ ਸੋਚੋ ਕਿਵੇਂ ਦਾ ਸਿੱਖ ਹੋਵੇਗਾ ਜਿਹਨੂੰ ਗੁਰੂ ਮਨਾਉਣ ਗਿਆ ਤੇ ਸਿੱਖ ਅੱਗੋਂ ਬੋਲਦਾ ਨਹੀਂ। ਆਪਾਂ ਸਾਰੀ ਉਮਰ ਗੁਰੂ ਨੂੰ ਬੁਲਾਉਂਦੇ ਰਹਿੰਦੇ ਹਾਂ ਤੇ ਗੁਰੂ ਨਹੀਂ ਬੋਲਦਾ। ਕੋਈ ਸ਼ਖਸੀਅਤ ਹੋਵੇਗੀ ਨਾ। ਸਤਿਗੁਰੂ ਨੇ ਬਾਂਹ ਫੜ ਕੇ ਖਿੱਚਿਆ, ਕਹਿੰਦੇ ਮਰਦਾਨਿਆ ਉੱਠ, ਕੀ ਗੱਲ, ਅੱਗੇ ਤੁਰੀਏ। ਤੇ ਭਾਈ ਮਰਦਾਨਾ ਸਾਹਿਬ ਨੇ ਕਿਹਾ ਬਾਬਾ ਅੱਜ ਮੈਂ ਇਸ ਤਰ੍ਹਾਂ ਨਹੀਂ ਉੱਠਣਾ, ਮੈਨੂੰ ਕੁਝ ਦੇਂਗਾ ਤੇ ਤਾਂ ਮੈਂ ਉੱਠਣਾ। ਕੀ ਚਾਹੀਦਾ ਤੈਨੂੰ। ਕਹਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਠੱਗਾਂ ਨੂੰ ਸੰਤ ਬਣਾ ਦਿੱਤਾ ਹੈ, ਤੂੰ ਜਾਦੂਗਰਨੀਆਂ ਨੂੰ ਬ੍ਰਹਮ ਗਿਆਨ ਦਿੱਤਾ ਹੈ, ਪਲਾਂ ਦੇ ਵਿੱਚ ਕਈਆਂ ਦਾ ਬੇੜਾ ਪਾਰ ਉਤਾਰਾ ਕਰ ਦਿੱਤਾ। ਮੇਰੇ ਵਿੱਚ ਦੱਸ ਕੀ ਕਮੀ ਹੈ, ਮੈਨੂੰ ਕਈ ਸਾਲ ਤੇਰੇ ਪਿੱਛੇ ਤੁਰਦਿਆਂ ਹੋ ਗਏ ਨੇ, ਮੇਰੀ ਝੋਲੀ ਵਿੱਚ ਕੁਝ ਕਿਉਂ ਨਹੀਂ ਪਾਉਂਦਾ। ਸਤਿਗੁਰੂ ਚੁੱਪ ਕਰ ਗਏ। ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਹੈ। ਉੱਥੇ ਬੜੇ ਭਾਵਪੂਰਤ ਸ਼ਬਦ ਜਿਹੜਾ ਇੱਕ ਵਿਦਵਾਨ ਹੀ ਕਹਿ ਸਕਦਾ ਹੈ, ਉਹ ਸ਼ਬਦ ਸਨ ਭਾਈ ਮਰਦਾਨੇ ਦੇ। ਉਹ ਕਹਿੰਦੇ ਬਾਬਾ ਨਾ ਤੈਨੂੰ ਭੁੱਖ ਲੱਗੇ, ਨਾ ਤੈਨੂੰ ਪਿਆਸ ਸਤਾਏ, ਨਾ ਤੈਨੂੰ ਪਰਿਵਾਰ ਦਾ ਮੋਹ ਸਤਾਏ, ਜਾਂ ਤੇ ਇਸ ਡੋਮ ਨੂੰ ਵੀ ਆਪਣੇ ਵਰਗਾ ਕਰ, ਨਹੀਂ ਤਾਂ ਸਾਡੀ ਤੇਰੇ ਨਾਲ ਨਹੀਂ ਨਿਭਦੀ। ਆਪਣੇ ਵਰਗਾ ਬਣਾ ਲੈ। ਇਹ ਤੇ ਸਿੱਖੀ ਹੈ। ਸਿੱਖੀ ਦਾ ਮਤਲਬ ਕੀ ਹੈ? ਗੁਰੂ ਵਰਗੇ ਹੋਣਾ, ਗੁਰੂ ਵਰਗਾ ਬਣ ਜਾਣਾ। ਸਤਿਗੁਰੂ ਨੇ ਕਿਹਾ ਮਰਦਾਨਿਆਂ ਉੱਠ, ਇਹ ਵੀ ਤੇਰੀ ਲਾਲਸਾ ਪੂਰੀ ਕਰਾਂਗੇ, ਪਰ ਅਜੇ ਤੇਰੇ ਨਾਲ ਸਾਨੂੰ ਕੰਮ ਹੈ, ਜ਼ਰੂਰਤ ਹੈ। ਭਾਈ ਬਾਲੇ ਨੂੰ ਵੀ ਕਿਹਾ, ਲਿਖਿਆ ਕਵੀ ਸੰਤੋਖ ਸਿੰਘ ਜੀ ਨੇ ਕਿ ਬਾਲਾ ਭੁਜਾ ਗਹੇ ਕੀ ਲਾਜਾ। ਇੱਕ ਤੇ ਮੈਂ ਜਿਹਦੀ ਬਾਂਹ ਫੜਨਾ ਉਹਦੀ ਲਾਜ ਰੱਖਣਾ ਮੇਰਾ ਕੰਮ ਹੁੰਦਾ ਹੈ। ਬਾਲਾ ਭੁਜਾ ਗਹੇ ਕੀ ਲਾਜਾ, ਫੁਨ ਉਸ ਸੰਗ ਹਮਰਾ ਹੈ ਕਾਜਾ। ਉਹਦੇ ਤੋਂ ਬਿਨਾ ਉਹਦੇ ਨਾਲ ਸਾਨੂੰ ਇੱਕ ਬੜਾ ਵਧੀਆ ਕੰਮ ਹੈ। ਹੁਣ ਉਸ ਸੰਗ ਹਮਰਾ ਹੈ ਕਾਜਾ, ਦੋਨੋਂ ਸਭੈ ਰਭਾਵ ਬਜਾਵੇ, ਕਰ ਕੀਰਤਨ ਵੋ ਮੋਹ ਰਜਾਵੇ। ਉਹ ਕੀਰਤਨ ਕਰਕੇ ਮੈਨੂੰ ਰਜਾਉਂਦਾ ਹੈ। ਇਸ ਲਈ ਕਿਸੇ ਨੇ ਬੜੇ ਵਧੀਆ ਕਲਪਨਾ ਕੀਤੀ। ਕਹਿੰਦੇ ਇੱਕ ਵਾਰੀ ਭਾਈ ਮਰਦਾਨੇ ਨੇ ਜਿੱਦ ਫੜ ਲਈ ਕਿ ਗੁਰੂ ਨਾਨਕ ਸਾਹਿਬ ਤੁਸੀਂ ਖੁਦਾ ਨੂੰ ਮਿਲ ਜਾਂਦੇ ਹੋ, ਮੈਨੂੰ ਵੀ ਲੈ ਕੇ ਜਾਇਆ ਜੇ ਨਾਲ, ਮੈਨੂੰ ਵੀ ਦਰਸ਼ਨ ਕਰਾ ਦਿਓ ਉਹਦੇ ਦਰਬਾਰ ਦੇ। ਸਤਿਗੁਰੂ ਟਾਲ ਦਿੰਦੇ ਨੇ,
ਜਦੋਂ ਟਾਲਦੇ ਨੇ, ਇੱਕ ਦਿਨ ਪੈਰ ਫੜ ਲਏ ਭਾਈ ਮਰਦਾਨੇ ਨੇ। ਕਹਿੰਦੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਨੂੰ ਕਿਉਂ ਨਹੀਂ ਲੈ ਕੇ ਜਾਂਦੇ ਖੁਦਾ ਦੇ ਕੋਲ? ਕਹਿੰਦੇ ਮਰਦਾਨਿਆਂ, ਸੱਚੀ ਪੁੱਛੇ ਮੈਂ ਤੈਨੂੰ ਤਾਂ ਨਹੀਂ ਲੈ ਕੇ ਜਾਂਦਾ, ਜੇ ਤੂੰ ਮੇਰੇ ਨਾਲ ਖੁਦਾ ਕੋਲ ਗਿਆ ਨਾ, ਉਹਨੇ ਤੈਨੂੰ ਆਖਣਾ ਵੀ ਤੂੰ ਰਬਾਬ ਵਜਾ ਕੇ ਵਿਖਾ ਦੇ, ਤੇ ਜੇ ਤੂੰ ਖੁਦਾ ਨੂੰ ਇੱਕ ਵਾਰੀ ਰੱਬ ਨੂੰ ਇਹ ਰਬਾਬ ਵਜਾ ਕੇ ਦੇ ਦਿੱਤੀ ਤੇ ਰੱਬ ਨੇ ਤੈਨੂੰ ਉੱਥੇ ਹੀ ਰੱਖ ਲੈਣਾ, ਤੇ ਮੇਰਾ ਤੇਰੇ ਬਿਨਾਂ ਸਰਦਾ ਨਹੀਂ, ਇਸ ਕਰਕੇ ਮੈਂ ਤੈਨੂੰ ਉਹਦੇ ਕੋਲ ਲੈ ਕੇ ਨਹੀਂ ਜਾਂਦਾ। ਇੰਨਾ ਪਿਆਰ ਸੀ। ਮੁਕਤੀ ਮੰਗੀ ਤੇ ਫਿਰ ਅਖੀਰਲੇ ਵਕਤ ਸਤਿਗੁਰੂ ਨੇ ਕਿਹਾ, ਮਰਦਾਨਿਆਂ ਇਹ ਦਾਤ ਬੜੀ ਵੱਡੀ ਹੈ ਜਿਹਨੂੰ ਤੂੰ ਮੁਕਤੀ ਦੀ ਦਾਤ ਮੰਗੀ ਹੈ, ਰੰਗ ਮੰਗਿਆ ਪਰਮੇਸ਼ਰ ਦੇ ਨਾਮ ਦਾ, ਇਹ ਤੈਨੂੰ ਕੁਝ ਘੜੀਆਂ ਪਹਿਲਾਂ ਮੈਂ ਵਿਖਾਵਾਂਗਾ। ਸਰੀਰ ਛੱਡਣ ਤੋਂ ਪਹਿਲਾਂ, ਸਰੀਰ ਛੱਡਣ ਤੋਂ ਪਹਿਲਾਂ ਉਹ ਅਵਸਥਾ ਵਿਖਾਈ ਜਿਹੜੀ ਸੱਜਣ ਠੱਗ ਨੂੰ ਵਿਖਾਈ ਸੀ, ਸਾਰਿਆਂ ਨੂੰ ਵਿਖਾਈ ਸੀ। ਤੇ ਮਰਦਾਨਾ ਨਿਹਾਲ ਹੋ ਗਿਆ ਤੇ ਕਹਿੰਦਾ ਬਾਬਾ ਇਹ ਤੇ ਆਨੰਦ ਹੀ ਬੜਾ, ਸਾਰੀ ਉਮਰ ਨਹੀਂ ਉਹ ਵਿਖਾਈ। ਕਹਿਣ ਲੱਗੇ ਜੇ ਮੈਂ ਪਹਿਲਾਂ ਵਿਖਾ ਦਿੰਦਾ ਤੇ ਤੂੰ ਚੌਂਕੜੇ ਤੋਂ ਉੱਠਣੇ ਨਹੀਂ ਸੀ, ਤੂੰ ਕਹਿਣਾ ਸੀ ਇੱਥੇ ਠੀਕ ਹੈ, ਕਿੱਧਰ ਲੋਕਾਂ ਨੂੰ ਸੁਧਾਰਨਾ ਫਿਰਨਾ, ਆਨੰਦ ਲਈਏ ਮੌਜ ਲਈਏ, ਤੇ ਇੱਥੇ ਆਨੰਦ ਬਣਿਆ ਹੋਇਆ। ਉਹ ਦਸ਼ਾ ਹੀ ਐਸੀ ਹੈ, ਤੈਨੂੰ ਮੈਂ ਤਾਂ ਰੋਕ ਕੇ ਰੱਖਿਆ ਸੀ। ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਮਰਦਾਨਿਆਂ ਤੂੰ ਚਲਾਣਾ ਕਰਨ ਲੱਗਾ, ਦੱਸ ਤੇਰਾ ਕੋਈ ਬੁਰਜ ਜਿਹਾ ਬਣਾ ਦਈਏ, ਯਾਦਗਾਰ ਬਣ ਜਾਏਗੀ, ਕੋਈ 4 ਦੀਵੇ ਲੱਗ ਜਾਣ ਕਰਨਗੇ। ਉਸ ਬ੍ਰਹਮ ਗਿਆਨੀ ਦੇ ਬਚਨ ਸਨ ਜੋ ਗਿਆਨ ਨਾਲ ਭਰਪੂਰ ਨੇ। ਉਹਨੇ ਕਿਹਾ ਬਾਬਾ ਸਾਰੀ ਉਮਰ ਮੈਂ ਤੇਰੇ ਪੈਰਾਂ ਤੇ ਪੈਰ ਰੱਖ ਕੇ ਤੁਰਿਆ, ਅੱਜ ਇਸ ਮਿੱਟੀ ਦੀ ਕਬਰ ਵਿੱਚੋਂ ਨਿਕਲਣ ਲੱਗਾ, ਸਰੀਰ ਮਿੱਟੀ ਦੀ ਕਬਰ, ਅੱਜ ਇਸ ਮਿੱਟੀ ਦੀ ਕਬਰ ਵਿੱਚੋਂ ਨਿਕਲਣ ਲੱਗਾ ਤੇ ਪਰਤ ਕੇ ਮੈਨੂੰ ਤੂੰ ਪੱਥਰਾਂ ਦੀ ਕਬਰ ਵਿੱਚ ਪਾਉਣ ਲੱਗਾ। ਇਹ ਨਾ ਕਰੀ, ਇਸ ਡੂਮ ਨੂੰ ਹੁਣ ਸਦਾ ਵਾਸਤੇ ਆਪਣੇ ਚਰਨਾਂ ਦੇ ਵਿੱਚ ਰੱਖੀ, ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਚਰਨਾਂ ਦੇ ਨਾਲ ਸਾਂਝ ਪਵਾਈ। ਬੜਾ ਲੰਬਾ ਅੱਗੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਆ ਰਿਹਾ ਹੈ। ਬੜੀਆਂ ਸਿਫਤਾਂ ਨੇ ਭਾਈ ਮਰਦਾਨਾ ਜੀ ਦੇ ਜੀਵਨ ਦੀਆਂ। ਆਪਾਂ ਸਮੇਂ ਵਿੱਚ ਰਹਿ ਕੇ ਸ਼ਬਦ ਦੀ ਸਮਾਪਤੀ ਵੱਲ ਵਧੀਏ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਵੀ ਸੰਸਾਰ ਦਾ ਮੋਹ ਹੈ, ਜੇਤਾ ਮੋਹ ਪ੍ਰੀਤ ਸੁਵਾਦ, ਦੁਨੀਆ ਨਾਲ ਜਿੰਨੀ ਡੂੰਘੀ ਪ੍ਰੀਤ ਹੈ, ਜਿੰਨਾ ਡੂੰਘਾ ਮੋਹ ਹੈ, ਇਹਦੇ ਵਿੱਚੋਂ ਸਵਾਦ ਭਾਵੇਂ ਕਿੰਨਾ ਆਉਂਦਾ, ਰਸ ਭਾਵੇਂ ਕਿੰਨਾ ਵੀ ਆਉਂਦਾ ਹੈ। ਸਭਾ ਕਾਲਖ ਦਾਗਾ ਦਾਗ, ਇਹ ਮੋਹ ਹੁਣ ਮਿੱਠਾ ਬੜਾ ਹੈ ਪਰ ਹੈ ਸਾਰਾ ਕਾਲਖ ਦਾ ਹੀ ਭਰਿਆ ਹੋਇਆ। ਇਹਦੇ ਵਿੱਚ ਕਾਲਖ ਤੋਂ ਬਿਨਾ ਕੁਝ ਨਹੀਂ, ਸਾਰੇ ਦਾਗਾਂ ਦੇ ਨਾਲ ਭਰਿਆ ਹੋਇਆ। ਦਾਗ ਦੋਸ ਮੋਹਿ ਚੱਲਿਆ ਲਾਏ, ਇਸ ਪਾਪ ਕਰਕੇ ਪਾਪਾਂ ਦੇ ਦਾਗ ਮੂੰਹ ਤੇ ਲਾ ਕੇ ਵਾਪਸ ਮੁੜਦਾ ਹੈ ਮਨੁੱਖ। ਸੰਸਾਰ ਦੇ ਗੁਰੂ ਤੋਂ ਟੁੱਟ ਕੇ, ਬਾਣੀ ਤੋਂ ਦੂਰ ਹੋ ਕੇ ਦਰਗਾਹ ਵੱਲ ਤੁਰਦਾ, ਦਾਗ ਲੈ ਕੇ ਆਪਣੇ ਜੀਵਨ ਦੇ ਉੱਤੇ। ਦਰਗਾਹ ਬੈਸਣ ਨਾਹੀ ਜਾਏ, ਤੇ ਜਦੋਂ ਉਹ ਦਰਗਾਹ ਦੇ ਵਿੱਚ ਜਾਂਦਾ ਤੇ ਉੱਥੇ ਬਹਿਣ ਨੂੰ ਥਾਂ ਨਹੀਂ ਮਿਲਦੀ, ਕਿਉਂਕਿ ਉਹ ਦਾਗ ਉਗੜ ਆਉਂਦੇ ਨੇ ਜਿਹੜੇ ਸੰਸਾਰ ਦੇ ਨਾਲ ਇਹਨੇ ਧੋਖੇ ਕੀਤੇ ਸਨ, ਲੋਕਾਂ ਦੇ ਨਾਲ ਫਰੇਬ ਕੀਤੇ ਸਨ, ਲੋਕਾਂ ਨਾਲ ਠੱਗੀ ਕੀਤੀ ਸੀ, ਗੁਰੂ ਦੇ ਮਾਰਗ ਤੋਂ ਉਲਟ ਚੱਲਿਆ ਸੀ। ਉਹ ਵੇਖਣ ਕਰਕੇ ਉਸ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਦੀ। ਫਿਰ ਕਰਮ ਮਿਲੈ ਆਖਣ ਤੇਰਾ ਨਾਉ, ਹੁਣ ਦੂਜਾ ਪੱਖ ਲਿਆ ਕਿ ਸੱਚੇ ਪਾਤਸ਼ਾਹ ਕੋਈ ਇਲਾਜ ਵੀ ਹੈ, ਕੋਈ ਇਹਦਾ ਉਧਾਰ ਵੀ ਹੋ ਸਕਦਾ ਜੀਵ ਦਾ। ਕਹਿਣ ਲੱਗੇ ਜੇ ਕਿਰਪਾ ਹੋ ਜਾਏ ਤਾਂ ਕਰਮ ਮਿਲੈ ਆਖਣ ਤੇਰਾ ਨਾਉ, ਜਿਹਦੇ ਤੇ ਕਿਰਪਾ ਹੋ ਜਾਏ ਤੇ ਆਖਣ ਵਾਸਤੇ ਭਾਵ ਜਪਣ ਵਾਸਤੇ ਨਾਮ ਦੀ ਦਾਤ ਜਿਸ ਨੂੰ ਪ੍ਰਾਪਤ ਹੋ ਜਾਵੇ। ਜਿਤ ਲਗ ਤਰਨਾ ਹੋਰ ਨਹੀਂ ਥਾਉ, ਬਸ ਇੱਕੋ ਨਾਮ ਬਾਣੀ ਹੈ ਜਿਹਦੇ ਨਾਲ ਲੱਗ ਕੇ ਇਸ ਤਰ੍ਹਾਂ ਦਾ ਮਨੁੱਖ ਵੀ ਤਰ ਸਕਦਾ ਹੈ। ਜਿਹਨੂੰ ਬਹੁਤੇ ਦਾਗ ਲੱਗ ਚੁੱਕੇ ਨੇ, ਜਿਹਨੂੰ ਬੜੀ ਮੈਲ ਲੱਗ ਚੁੱਕੀ ਹੈ, ਉਹ ਇਸ ਨਾਮ ਦੇ ਨਾਲ ਜੁੜ ਕੇ ਤਰ ਸਕਦਾ ਹੈ। ਜੇ ਕੋ ਡੂਬੈ ਫਿਰ ਹੋਵੈ ਸਾਰ, ਜੇ ਕੋਈ ਹਿੰਮਤ ਕਰਕੇ ਇਸ ਗੁਰਬਾਣੀ ਰੂਪੀ ਸਮੁੰਦਰ ਵਿੱਚ ਡੁੱਬ ਜਾਏ, ਭਾਵ ਗੁਰੂ ਦੇ ਹੁਕਮ ਦੇ ਅੱਗੇ ਸੀਸ ਭੇਟ ਕਰ ਦੇਵੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੇ ਕੋ ਡੂਬੈ ਫਿਰ ਹੋਵੈ ਸਾਰ, ਸਾਰ ਮੈਨੇ ਸ੍ਰੇਸ਼ਟ,
ਉਹਦਾ ਜੀਵਨ ਫਿਰ ਇਹਨਾਂ ਪਾਪਾਂ ਤੇ ਦਾਗਾਂ ਤੋਂ ਸ੍ਰੇਸ਼ਟ ਉਜਲ ਹੋ ਜਾਂਦਾ ਹੈ। ਨਾਨਕ ਸਾਚਾ ਸਰਬ ਦਾਤਾਰ। ਨਾਨਕ ਪਾਤਸ਼ਾਹ ਗੁਰਦੇਵ ਜੀ ਫਰਮਾਨ ਕਰਦੇ ਹਨ, ਕਿਉਂਕਿ ਸੱਚਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਸ਼ਹਿਨਸ਼ਾਹ ਹੈ, ਸਰਬ ਦਾਤਾਰ, ਉਹ ਸਾਰਿਆਂ ਦਾ ਦਾਤਾ ਹੈ, ਮਾੜੇ ਚੰਗਿਆਂ ਦੀ ਉਹ ਸੰਭਾਲ ਕਰਨ ਵਾਲਾ ਹੈ, ਦਇਆ ਕਰਨ ਵਾਲਾ ਹੈ। ਸੋ ਇਹ ਸਾਰੇ ਉਪਦੇਸ਼ ਸਤਿਗੁਰੂ ਗਰੀਬ ਨਵਾਜ ਜੀ ਫਰਮਾਨ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਇਹ ਬਾਣੀ ਦੇ ਉਪਦੇਸ਼ ਸਾਡੇ ਜੀਵਨ ਵਿੱਚ ਵਸਣ। ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਸੇਵਾਦਾਰਾਂ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿ